ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੇਰੀ ਸਵਾਗਤ ਕਰਦੀ ਹਾਂ। ਦਰਸ਼ਕਾਂ ਲਈ ਸਭ ਤੋਂ ਪਹਿਲਾਂ ਤਾਂ ਵੱਡੀ ਖਬਰ ਜਿਹੜੀ ਹੈ ਉਹ ਜਾਣਕਾਰੀ ਦੇ ਦਈਏ ਕਿ TR2 ਜਿਹੜੇ ਲੋਕ ਸੀਗੇ ਉਹ ਜਲਦੀ PR ਹੋਣ ਵਾਲੇ ਨੇ। ਜੀ ਹਾਂ, ਬਿੱਲ ਪਾਸ ਕਰ ਦਿੱਤਾ ਗਿਆ ਹੈ। ਇਸ ਬਿੱਲ ਦੇ ਮੁਤਾਬਕ ਜਿਹੜਾ ਹਾਊਸ ਦੇ ਵਿੱਚ ਬਿੱਲ ਪਾਸ ਕੀਤਾ ਗਿਆ, ਉਸ ਮੁਤਾਬਕ ਜਿਹੜੇ ਕੈਨੇਡਾ ਦੇ ਵਿੱਚ ਟੈਂਪਰੇਰੀ ਵਰਕਰ ਜਿਹੜੇ ਰਹਿ ਰਹੇ ਸੀਗੇ ਉਹ ਜਲਦੀ ਹੀ ਹੁਣ ਪੱਕੇ ਹੋ ਜਾਣਗੇ, ਯਾਨੀ PR ਉਹਨਾਂ ਨੂੰ ਕੀਤਾ ਜਾ ਰਿਹਾ ਹੈ। ਕਿਹੜੀ ਕੈਟਾਗਰੀਜ਼ ਦੇ ਵਿੱਚ ਸ਼ਾਮਿਲ ਹੈ, ਵਿਸਥਾਰ ਦੇ ਨਾਲ ਇਸ ਸੰਬੰਧੀ ਜਾਣਕਾਰੀ ਵੀ ਦਿੱਤੀ ਹੈ। शुरुआत कर लेने हेडलाइंस के नाल। कैनेडा च टैंपरेरी वर्करां दे PR दी राह होई सौखी। हाउस ऑफ कॉमन्स दे विच सर्बसहमति दे नाल बिल M44 होया पास। मैट्रो वैनकूवर दे विच कुछ घर खरीदार प्रोग्राम दे लई योग। प्रोग्राम सिर्फ उन्हां खरीदारां नूं जायदाद ट्रांसफर टैक्स दा भुगतान करन तो छोड़ दिंदा है जो 5 लाख तो घट च घर खरीद रहे ने। पंजाब ते पंजाबीयत संबंधी रखे अपने विचार कि हल लोक गायकां नूं दवो खूब प्यार। जिहदे खबरां विस्तार दे नाल और दर्शकां नूं सब तो पहला तां चंगी खबर दस दईए कि जिहड़े टैंपरेरी वर्कर ने कैनेडा दे विच काफ़ी लंबे समय तो रह रहे थे, अपनी PR दा जिहड़ा इंतजार कर रहे सी लगन दा, पर किसी ना किसी वजह करके पॉइंट्स पूरे नहीं हो पा रहे थे। उन्होंने लिए ये बहुत ही वड्डी खबर मनी जा रही है कि जल्द ही वो पक्के हो जाएंगे। बिल जिहड़ा है M44 यानी M44 बिल जिहड़ा है वो हाउस दे विच पास हो चुका है। इस बिल दे विच किहड़ी कैटागरी शामिल है जिन्हां नूं पक्का किया जाएगा, ਕਿਹੜੀਆਂ ਉਹ ਸਹੂਲਤਾਂ ਨੇ, ਕਿਹੜੇ ਉਹ ਪੁਆਇੰਟਸ ਨੇ ਜਿਨ੍ਹਾਂ ਤੋਂ ਰਾਹਤ ਮਿਲੇਗੀ। ਆਓ ਦੇਖਦੇ ਹਾਂ ਸਾਡੇ ਸਹਿਯੋਗੀ ਜਸਕਰਨ ਸਹੋਤਾ ਦੇ ਨਾਲ ਕੀਤੀ ਇਸ ਸੰਬੰਧੀ ਖਾਸ ਗੱਲਬਾਤ। ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਤੇ ਇਸ ਵੇਲੇ ਦੀ ਵੱਡੀ ਖਬਰ ਦਾ ਜਿਹੜਾ ਲੋਕ ਇੰਤਜ਼ਾਰ ਕਰ ਰਹੇ ਸੀ ਉਹਨਾਂ ਵਾਸਤੇ ਖੁਸ਼ਖਬਰੀ ਹੈ। ਜੀ ਹਾਂ, ਜਿਹੜੇ ਲੋਕ ਇੱਥੇ PR ਦਾ ਇੰਤਜ਼ਾਰ ਕਰ ਰਹੇ ਸੀ, ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਹੈ ਤੇ ਆਪਣੀ PR ਲਗਾਈਆਂ ਹੋਈਆਂ ਸੀ, ਫਾਈਲ ਕਈਆਂ ਨੇ ਲਗਾਈਆਂ ਹੋਈਆਂ ਸੀ ਤੇ ਕਈ ਲਗਾਉਣ ਦਾ ਇੰਤਜ਼ਾਰ ਕਰ ਰਹੇ ਸੀ, ਪਰ ਕਿਸੇ ਕਾਰਨਾਂ ਕਰਕੇ ਪੁਆਇੰਟਸ ਪੂਰੇ ਹੋਣ ਦਾ ਇੰਤਜ਼ਾਰ ਕਰ ਰਹੇ ਸੀ। ਉਹਨਾਂ ਸਾਰਿਆਂ ਵਾਸਤੇ ਖੁਸ਼ਖਬਰੀ ਹੈ ਕਿ ਜਿਹੜਾ ਬਿੱਲ ਜਿਹੜਾ ਹੈ ਉਹ ਪਾਸ ਕਰਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਜਿੰਨੇ ਵੀ ਇੱਥੇ ਲੋਕ ਨੇ ਜਿਹੜੇ PR ਦੇ ਜਿਹੜੇ ਆਲਰੇਡੀ ਇੱਥੇ ਕੰਮ ਕਰ ਰਹੇ ਨੇ, PR ਦਾ ਇੰਤਜ਼ਾਰ ਕਰ ਰਹੇ ਨੇ, ਉਹ ਸਾਰੇ ਜਿਹੜੇ ਨੇ ਪੱਕੇ कर दिते जाणगे। पक्के करन वालियां लई ये बहुत ही वड्डी जिहड़ी खबर है। इस वेले चैनल पंजाबी ते जिहड़ी है तुहानूं ये ब्रेकिंग न्यूज़ दित्ती जा रही है। किवें पक्के होवोगे, किहड़ी कैटागरी शामिल होएगी, इस संबंधी गलबात करदे हां। मेरे सहयोगी जसकरण सहोता जी मेरे नाल जुड़े हुए ने। जसकरण जी, ये तां सब तो तां पहलां ये कह सकदे हां भी बहुत ही वड्डी खबर है जिहदा कि ओवरऑल कैनेडा दे विच जिहड़े PR दा इंतजार कर रहे सीगे उन्हां वास्ते बहुत ही वड्डी न्यूज़ मन्नी जा रही है। बिल्कुल शरी जी, जिद्दां तुसीं दस्सिआ ये जिहड़े PR ਦਾ इंतजार कर रहे लोग कैनेडा ਦੇ ਵਿੱਚ ਨੇ, ਬੇਸਿਕਲੀ ਜਿਹੜੇ ਜਿਹਨੂੰ ਅਸੀਂ ਟੈਂਪਰੇਰੀ ਫੋਰਨ ਵਰਕਰਸ ਕਹਿੰਦੇ ਆ, ਉਹਨਾਂ ਦੇ ਲਈ ਬਹੁਤ ਵੱਡੀ ਖਬਰ ਆ। ਖਬਰ ਹਜੇ ਤੱਕ ਇਹ ਆ ਕਿ ਰਣਦੀਪ ਸਰਾਏ ਜਿਹੜੇ ਸਰੀ ਸੈਂਟਰ ਤੋਂ ਮੈਂਬਰ ਪਾਰਲੀਮੈਂਟ ਨੇ, ਉਹ ਮੋਸ਼ਨ ਲੈ ਕੇ ਆਏ ਆ ਹਾਊਸ ਆਫ ਕਾਮਨਸ ਦੇ ਵਿੱਚ। ਤੇ ਅੱਜ ਹੁਣ ਤੋਂ ਥੋੜਾ ਚਿਰ ਪਹਿਲਾਂ ਹੀ, ਜਦੋਂ ਅਸੀਂ ਇਸ ਵੇਲੇ ਵੀਰਵਾਰ ਨੂੰ ਗੱਲਬਾਤ ਤੁਹਾਡੇ ਨਾਲ ਕਰ ਰਹੇ ਹਾਂ, ਉਹ ਤੋਂ ਥੋੜਾ ਚਿਰ ਪਹਿਲਾਂ ਉਹ ਮੋਸ਼ਨ ਨੂੰ ਯੂਨੈਨਿਮਸਲੀ ਯਾਨੀ ਕਿ ਸਹਿਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ। ਮੋਸ਼ਨ ਕੀ ਆ, ਉਹਦੇ ਵਿੱਚ ਉਹਨਾਂ ਨੇ ਕਿਹਾ ਕੀ ਆ ਕਿ ਜਿਹੜੇ ਇੱਥੇ ਟੈਂਪਰੇਰੀ ਫੋਰਨ ਵਰਕਰਸ ਨੇ ਉਹਨਾਂ ਨੂੰ ਪੱਕੇ ਹੋਣ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ, ਜਿਹਦੇ ਵਿੱਚ ਕਈ ਕੈਟਾਗਰੀਜ਼ ਨੇ ਅੱਗੇ ਕਿ ਕਿਹੜੀਆਂ ਮੁਸ਼ਕਲਾਂ ਨੇ, ਉਹ ਮੁਸ਼ਕਲਾਂ ਕਿਹੜੀਆਂ ਨੇ, ਉਹਨਾਂ ਨੂੰ ਜਲਦੀ ਹੱਲ ਕੀਤਾ ਜਾਵੇ ਤਾਂ ਕਿ ਇਹਨਾਂ ਨੂੰ ਜਲਦੀ ਪੱਕੇ ਕੀਤਾ ਜਾ ਸਕੇ। ਇਸ ਗੱਲ ਦੇ ਉੱਤੇ ਹਾਊਸ ਆਫ ਕਾਮਨਸ ਨੇ ਸਹਿਮਤੀ ਦੇ ਨਾਲ ਇਸ ਮੋਸ਼ਨ ਨੂੰ ਪਾਸ ਕਰ ਦਿੱਤਾ, ਜਿਹਦਾ ਮਤਲਬ ਹੁਣ ਇਹ ਹੋਊਗਾ ਕਿ ਜਿਨ੍ਹਾਂ ਲੋਕਾਂ ਨੇ ਇੱਥੇ ਅਪਲਾਈ ਕੀਤਾ PR ਹੋਣ ਦੇ ਲਈ, ਉਹਨਾਂ ਨੂੰ ਸੌਖਿਆਂ PR ਮਿਲ ਜਾਊਗੀ। ਮਤਲਬ ਕਿਸੇ ਦਾ ਪਹਿਲਾਂ ਆਇਲੈਟਸ ਦਾ ਸਕੋਰ ਜ਼ਿਆਦਾ ਚਾਹੀਦਾ ਸੀ, ਕਿਸੇ ਨੂੰ ਕੋਈ ਕੰਮ ਦੀਆਂ ਕੰਡੀਸ਼ਨ ਜ਼ਿਆਦੀਆਂ ਚਾਹੀਦੀਆਂ ਸੀ, ਕਿਸੇ ਨੂੰ ਕੁਆਲੀਫਿਕੇਸ਼ਨ ਪੜ੍ਹਾਈ ਲਿਖਾਈ ਜ਼ਿਆਦਾ ਚਾਹੀਦੀ ਸੀ। ਹਜੇ ਇਹਦੇ 'ਚ ਕੀ ਕੀਤਾ ਗਿਆ ਇਹ ਨਹੀਂ ਉਹਨਾਂ ਨੇ ਦੱਸਿਆ, ਪਰ ਇਹਨੂੰ ਉਹ ਥੱਲੇ ਲੈ ਆਉਣਗੇ, ਲੋਅਰ ਕਰ ਦੇਣਗੇ ਤਾਂ ਕਿ ਜ਼ਿਆਦਾ ਲੋਕ ਇਹਦੇ ਵਿੱਚ ਕੁਆਲੀਫਾਈ ਕਰ ਸਕਣਗੇ। ਉਹਦੇ ਉਹਨਾਂ ਨੇ ਕਾਰਨ ਜਿਹੜੇ ਦੱਸਿਆ, ਜਿਹੜੀ ਸਾਡੇ ਕੋਲ ਨਿਊਜ਼ ਰਿਲੀਜ਼ ਇਸ ਵੇਲੇ ਆਈ ਆ, ਮੋਸ਼ਨ M44 ਉਹਨਾਂ ਨੇ ਇਹਨੂੰ ਕਿਹਾ ਆ। ਇਹ ਮੋਸ਼ਨ ਜਿਹੜੇ ਇਸ ਵੇਲੇ ਚੈਲੰਜਸ ਆ ਰਹੇ ਆ, ਦੋ ਚੀਜ਼ਾਂ ਇਹਦੇ 'ਚ ਉਹਨਾਂ ਨੇ ਸਪਸ਼ਟ ਕੀਤੀਆਂ। ਇੱਕ, ਸਾਡੇ ਕੋਲ ਕੈਨੇਡਾ ਦੇ ਵਿੱਚ ਡਿਮਾਂਡ ਆ ਲੇਬਰ ਦੀ, ਅਨਐਮਪਲੋਇਮੈਂਟ ਇਸ ਵੇਲੇ ਰੈਕਡ ਲੋ ਆ, ਕੰਮ ਦੇ ਬੰਦੇ ਨਹੀਂ ਲੱਭ ਰਹੇ ਇੱਥੇ। ਦੂਜੇ ਪਾਸੇ ਜਿਹੜੇ ਟੈਂਪਰੇਰੀ ਫੋਰਨ ਵਰਕਰਸ ਨੇ ਉਹਨਾਂ ਨੇ PR ਲੈਣੀ ਆ, ਉਹਨਾਂ ਦੇ PR ਹੋਣ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਨੇ, ਜਿਹਦੇ 'ਚ ਆਇਲੈਟਸ ਵੀ ਆ, ਜਿਹਦੇ ਵਿੱਚ ਉਹਨਾਂ ਦੀ ਐਜੂਕੇਸ਼ਨ ਵੀ ਆ, ਜਾਂ ਹੋਰ ਜਿਹੜੀਆਂ ਇੱਦਾਂ ਦੀਆਂ ਚੀਜ਼ਾਂ ਹੈਗੀਆਂ। ਉਸ ਗੈਪ ਨੂੰ ਘਟਾਉਣ ਦੇ ਲਈ ਤਾਂ ਕਿ ਸਾਡੀ ਇੱਥੇ ਮਾਰਕੀਟ ਦੇ ਵਿੱਚ, ਲੇਬਰ ਮਾਰਕੀਟ ਦੇ ਵਿੱਚ ਬੰਦੇ ਪੂਰੇ ਮਿਲ ਜਾਣ, ਉਹ ਜਿਹੜੇ ਇੱਥੇ ਵੇਟ ਕਰ ਰਿਹਾ ਉਹ ਪੱਕੇ ਹੋ ਜਾਣ। ਇਹ M44 ਜਿਹੜਾ ਮੋਸ਼ਨ ਆਇਆ ਤੇ ਇਹਦੇ ਵਿੱਚ ਹੁਣ ਇਹ ਇੱਕ ਬਹੁਤ ਵੱਡੀ ਖਬਰ ਆ ਜਿਹੜੀ ਅੱਜ ਦੀ, ਕਿ ਇਹ ਮੋਸ਼ਨ ਨੂੰ ਉਹਨਾਂ ਨੇ ਪਾਸ ਕਰ ਦਿੱਤਾ ਤੇ ਹੁਣ ਉਹਨਾਂ ਦੀ PR ਸੌਖੀ ਹੋ ਜਾਏਗੀ।
ਵਾਕਈ ਜਿਹੜੇ ਟੈਂਪਰੇਰੀ ਵਰਕਰ ਹੈ ਉਹ ਕਾਫੀ ਹੱਦ ਤੱਕ ਇੰਤਜ਼ਾਰ ਕਰ ਰਹੇ ਸੀ। ਹਾਲਾਂਕਿ ਇਸ ਚੀਜ਼ ਦੀ ਜ਼ਰੂਰ ਸੰਭਾਵਨਾ ਜਤਾਈ ਜਾ ਰਹੀ ਸੀਗੀ, ਇਹ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ ਕਿ ਜਿਹੜੇ ਇੱਥੇ ਆ ਚੁੱਕੇ ਨੇ ਉਹ ਪੱਕੇ ਜ਼ਰੂਰ ਹੋਣਗੇ, ਪਰ ਕਦੋਂ ਹੋਣਗੇ ਇਸ ਗੱਲ ਦਾ ਹੀ ਸਿਰਫ ਇੰਤਜ਼ਾਰ ਜਿਹੜਾ ਕੀਤਾ ਜਾ ਰਿਹਾ ਸੀਗਾ। ਸੋ ਕਹਿ ਸਕਦੇ ਹਾਂ ਲੋਕਾਂ ਵਾਸਤੇ ਤਾਂ ਅੱਜ ਦਾ ਦਿਨ ਜਿਹੜਾ ਬਹੁਤ ਹੀ ਮੁਬਾਰਕ ਦਿਨ ਮੰਨਿਆ ਜਾ ਰਿਹਾ। ਬਿਲਕੁਲ ਜੀ, ਜਿਹੜਾ ਇੱਥੇ ਆ ਗਿਆ ਉਹਨੇ ਪੱਕਾ ਹੋਣਾ ਹੀ ਆ, ਪਰ ਇਹਨਾਂ ਨੇ ਉਹਨੂੰ ਇੱਕ ਫਰੇਮ ਦੇ ਵਿੱਚ ਬੰਨ੍ਹ ਦਿੱਤਾ, ਟਾਈਮ ਦੇ ਦਿੱਤਾ। ਇਹਦੇ ਵਿੱਚ ਹੁਣ ਕੀ ਕੀਤਾ ਜਾਣਾ, ਆਇਲਟਸ ਦਾ ਸਕੋਰ ਥੱਲੇ ਕਰਨਾ, ਇਹ ਹਜੇ ਕੁਛ ਨਹੀਂ ਆ। ਪਰ ਇਹਨੂੰ ਜਦੋਂ ਉਹਨਾਂ ਨੇ ਪਾਸ ਕਰ ਦਿੱਤਾ, ਹੁਣ ਉਹਨਾਂ ਨੇ ਅੱਗੇ ਡਾਇਰੈਕਟ ਕਰ ਦੇਣਾ ਕਿ ਤੁਸੀਂ ਇਹਦੇ ਤੇ ਕਾਰਵਾਈ ਕਰੋ। ਉਹ ਕਾਰਵਾਈ ਕੀ ਹੋਊਗੀ ਕਿ ਇੰਨੇ ਦਿਨਾਂ ਦੇ ਵਿੱਚ ਤੁਸੀਂ ਸਾਨੂੰ ਇਹਦਾ ਸਾਰਾ ਜਿਹੜਾ ਫਰੇਮਵਰਕ ਆ ਉਹ ਬਣਾ ਕੇ ਦਿਓ। ਉਹ ਜਦੋਂ ਫਰੇਮਵਰਕ ਬਣੂਗਾ, ਉਹ ਡਿਪਾਰਟਮੈਂਟ ਫਰੇਮਵਰਕ ਬਣਾਉਂਦਾ ਆ, ਉਹਦੇ ਤੋਂ ਬਾਅਦ ਫਿਰ ਉਹ ਲੋਕਾਂ ਨੂੰ ਦੱਸਿਆ ਜਾਊਗਾ ਕਿ ਫਿਰ ਉਹਦੇ 'ਚ ਲੋਕ ਇਹ ਦੇਖ ਸਕਣਗੇ ਅਸੀਂ ਕਿਹੜੀ ਕੈਟਾਗਰੀ ਦੇ ਵਿੱਚ ਕਿੱਥੇ ਤੱਕ ਆਉਂਦੇ ਆ। ਪਰ ਇੱਕ ਗੱਲ ਪੱਕੀ ਆ ਕਿ ਜਿਹੜੀ ਉਹਨਾਂ ਦੀ ਕੁਆਲੀਫਿਕੇਸ਼ਨ ਆ, ਜਿਹੜੀ ਉਹਨਾਂ ਦੀ ਲੈਂਗੁਏਜ ਸਕਿੱਲਸ ਨੇ, ਤੇ ਜਿਹੜਾ ਉਹਨਾਂ ਦਾ ਕਿੰਨੇ ਚਿਰ ਉਹਨਾਂ ਨੇ ਇੱਥੇ ਕੰਮ ਕੀਤਾ ਆ, ਉਹਨੂੰ ਉਹਨਾਂ ਨੇ ਢਿੱਲਾ ਕਰ ਦੇਣਾ, ਬਹੁਤ ਜ਼ਿਆਦਾ ਢਿੱਲਾ ਕਰ ਦੇਣਾ। ਇਹਦਾ ਕਾਰਨ ਜਿਹੜਾ ਉਹ ਦੱਸ ਰਹੇ ਆ, ਕੈਨੇਡਾ ਦੇ ਵਿੱਚ ਜਿਹੜੀ ਇੱਕ ਖਾਸ ਤੌਰ ਦੇ ਉੱਤੇ ਉਹਨਾਂ ਨੇ ਮੈਂਸ਼ਨ ਕੀਤਾ ਕਿ ਬਰਥ ਰੇਟ ਲੋ ਆ। ਬਰਥ ਰੇਟ ਲੋ ਦਾ ਮਤਲਬ ਆ ਕਿ ਜਿੰਨੇ ਲੋਕ ਇੱਥੇ ਜਿੰਨਿਆਂ ਦੀ ਮੌਤ ਹੋ ਰਹੀ ਆ ਉਹਨੇ ਜਨਮ ਨਹੀਂ ਲੈ ਰਹੇ। ਓਵਰਆਲ ਪੋਪੂਲੇਸ਼ਨ ਜਿਹੜੀ ਉਹ ਡਿਕਲਾਈਨ ਜਾ ਰਹੀ ਆ, ਪਿੱਛੇ ਨੂੰ ਜਾ ਰਹੀ ਆ। ਔਰ ਖਾਸ ਕਰ ਉਹ ਜਿਹੜੀ ਵਰਕ ਫੋਰਸ ਆ ਸਾਡੇ ਕੋਲ, ਜਿਹੜਾ ਵਿਚਕਾਰਲੀ ਏਜ ਦੀ ਹੁੰਦੀ ਆ, ਬੱਚਿਆਂ ਦੇ ਉੱਤੇ ਸਰਕਾਰ ਨੂੰ ਸਪੈਂਡ ਕਰਨਾ ਪੈਂਦਾ ਜਿੰਨਾ ਚਿਰ ਉਹ ਅਡਲਟ ਨਹੀਂ ਹੁੰਦੇ, ਉਹਨਾਂ ਦੀ ਪੜ੍ਹਾਈ ਤੇ ਉਹਨਾਂ ਦੀ ਸਿਹਤ ਦੇ ਉੱਤੇ। ਬਜ਼ੁਰਗਾਂ ਨੂੰ ਪੈਨਸ਼ਨ ਦੇਣੀ ਹੁੰਦੀ ਆ ਜਿਹੜੀ ਉਹਨਾਂ ਨੇ ਸਾਰੀ ਉਮਰ ਕੰਮ ਕਰਕੇ ਕਮਾਈ ਹੁੰਦੀ ਆ। ਉਹਨਾਂ ਦੋਵਾਂ ਵਰਗ ਨੂੰ ਦੇਣਾ ਕਿੱਥੋਂ ਆ, ਉਹ ਵਿਚਕਾਰਲੇ ਤੋਂ ਦੇਣਾ। ਤੇ ਵਿਚਕਾਰਲੇ ਜਿਹੜੀ ਵਰਕ ਫੋਰਸ ਆ ਉਹ ਇੱਥੇ ਨਹੀਂ ਆ। ਦੂਜੀ ਗੱਲ, ਇਸ ਵੇਲੇ ਜਿਹੜੀ ਇਨਫਲੇਸ਼ਨ ਆ, ਮਹਿੰਗਾਈ ਇੰਨੀ ਵਧੀ ਆ, ਉਹਦੇ ਉੱਤੇ ਇੱਕ ਕਾਰਨ ਉਹਦੀ ਕਾਸਟ ਵੀ ਆ। ਕਿਸੇ ਕੰਮ ਨੂੰ ਮਤਲਬ ਘਰ ਬਣਾਉਣ ਦੇ ਉੱਤੇ ਜਿਹੜੀ ਇੱਕ ਕਾਸਟ ਲੱਗ ਰਹੀ, ਉਹ ਵੀ ਵੱਡਾ ਕਾਰਨ ਆ। ਕਾਸਟ ਇਸ ਕਰਕੇ ਵੀ ਆ ਕਿਉਂਕਿ ਉੱਥੇ ਲੇਬਰ ਅਵੇਲੇਬਲ ਨਹੀਂ ਆ, ਜਿੰਨੇ ਬੰਦੇ ਕੰਮ ਵਾਲੇ ਚਾਹੀਦੇ ਆ ਉਹ ਨਹੀਂ ਅਵੇਲੇਬਲ, ਉਹਦੇ ਲਈ ਹਾਇਰ ਪੇ ਕਰਨਾ ਪੈ ਰਿਹਾ। ਤੇ ਜਦੋਂ ਉਹ ਮਾਰਕੀਟ ਦੇ ਵਿੱਚ ਨਾ ਵਰਕਰਸ ਦੀ ਅਵੇਲੇਬਿਲਿਟੀ ਜ਼ਿਆਦਾ ਹੋ ਜਾਊਗੀ, ਉਹ ਕੰਮ ਕਰਨਗੇ, ਕੁਦਰਤੀ ਤੌਰ ਤੇ ਇਕਨੋਮੀ ਓਵਰਆਲ ਵੀ ਠੀਕ ਹੋਊਗੀ, ਇਨਫਲੇਸ਼ਨ ਵੀ ਠੀਕ ਹੋਊਗੀ। ਤੇ ਜਿਹੜੀ ਵੱਡੀ ਇੱਕ ਲੰਬੇ ਸਮੇਂ ਦੀ ਸਮੱਸਿਆ ਹੈ, ਉਹਨਾਂ ਨੇ ਜਿਹੜਾ ਦੱਸਿਆ ਇਸ ਵੇਲੇ ਕਿ 5.2 ਅਪ੍ਰੈਲ 2022 ਦੇ ਵਿੱਚ ਇਸ ਵੇਲੇ ਜਿਹੜੀ ਪਿਛਲੇ ਮਹੀਨੇ ਇਹ ਸਾਡੀ ਅਨਐਮਪਲੋਇਮੈਂਟ ਰੇਟ ਸੀਗਾ। ਤੇ ਜੌਬ ਵੈਕੈਂਸੀ ਚਾਹੇ ਉਹ ਐਗਰੀਕਲਚਰ ਦਾ ਖੇਤਰ ਆ ਤੇ ਚਾਹੇ ਉਹ ਕਿਤੇ ਵੀ ਆ, ਉਹ ਡੋਮੈਸਟਿਕ ਲੇਬਰ ਦੇ ਨਾਲ ਫਿਲ ਨਹੀਂ ਹੋ ਰਿਹਾ। ਜਿੰਨੀ ਸਾਡੀ ਇੱਥੇ ਦੀ ਲੇਬਰ ਹੈਗੀ ਆ ਉਹਦੇ ਨਾਲ ਉਹ ਪੂਰਾ ਨਹੀਂ ਹੋ ਰਿਹਾ, ਉਹਨਾਂ ਨੂੰ ਬੰਦੇ ਹੋਰ ਚਾਹੀਦੇ ਆ। ਤੇ ਬੰਦੇ ਫਿਰ ਜਿਹੜੇ ਹਾਲਾਂਕਿ ਹਰ ਇੱਕ ਸਾਲ ਟਾਰਗੇਟ ਹੁੰਦਾ ਆਪਣਾ ਕੈਨੇਡਾ ਦਾ ਕਿ 3 ਤੋਂ 4 ਲੱਖ ਬੰਦਾ ਇੱਕ ਸਾਲ ਦੇ ਵਿੱਚ ਪੱਕਾ ਕਰਦੇ, ਜਿਹੜਾ ਪਿਛਲੇ 3 ਸਾਲਾਂ ਦਾ ਦਿੱਤਾ ਵੀ ਗਿਆ ਵੀ ਇਸ ਸਾਲ ਇੰਨੇ ਕਰਨੇ ਆ। ਹੁਣ ਇੱਥੇ ਇੱਕ ਧਿਆਨ ਦੇਣ ਵਾਲੀ ਗੱਲ ਆ ਕਿ ਇਹਦੇ ਵਿੱਚ ਇਹ ਨਹੀਂ ਇਹਨਾਂ ਨੇ ਕੀਤਾ ਕਿ ਅਸੀਂ ਬਾਹਰੋਂ ਬੰਦੇ ਹੋਰ ਸੱਦਣੇ ਆ। ਜਿਹੜੇ ਟੈਂਪਰੇਰੀ ਫੋਰਨ ਵਰਕਰਸ ਕੈਨੇਡਾ ਦੇ ਵਿੱਚ ਬੰਦੇ ਬੈਠੇ ਆ, ਉਹਨਾਂ ਨੂੰ ਪੀਆਰ ਕਰਨ ਦੇ ਲਈ ਢਿੱਲ ਦੇ ਦਿੱਤੀ ਜਾਊਗੀ। ਇਹ ਹੁਣ ਤੱਕ ਜਿਹੜੀ ਗੱਲਬਾਤ ਸਾਹਮਣੇ ਆਈ ਹੈ, ਹਾਲਾਂਕਿ ਡਿਟੇਲ ਇਹਦੀ ਥੋੜ੍ਹੇ ਚਿਰ ਵਿੱਚ ਉਹ ਵੀ ਤੁਹਾਡੇ ਕੋਲ ਪਹੁੰਚ ਜਾਊਗੀ। ਇਹ ਬਹੁਤ ਜਿਹੜੀ ਹੈ ਸਭ ਤੋਂ ਗੱਲ ਮਾਇਨੇ ਰੱਖਦੀ ਹੈ, ਕਿਉਂਕਿ ਕਈ ਵਾਰੀ ਲੋਕ ਕਨਫਿਊਜ਼ ਹੋ ਜਾਂਦੇ ਨੇ ਕਿ ਸ਼ਾਇਦ ਕੈਨੇਡਾ ਜਿਹੜਾ ਉਹ ਸਾਰਿਆਂ ਨੂੰ ਪੀਆਰ ਦੇ ਰਿਹਾ, ਬੁਲਾ ਰਿਹਾ। ਸੋ ਇਹ ਪਲੀਜ਼ ਇਹ ਪਿਕਚਰ ਜਸਕਰਨ ਜੀ ਥੋੜੀ ਜਿਹੀ ਕਲੀਅਰ ਕਰ ਦਿਓ ਵੀ ਜਿਹੜੇ ਕੈਨੇਡਾ ਦੇ ਵਿੱਚ ਰਹਿ ਰਹੇ ਨੇ, ਕੀ ਇਹ ਉਹਨਾਂ ਵਾਸਤੇ ਹੀ ਖੁਸ਼ਖਬਰੀ ਹੈ? ਬਿਲਕੁਲ ਜੀ, ਉਹਨਾਂ ਨੇ ਖਾਸ ਤੌਰ ਦੇ ਉੱਤੇ ਮੈਂਸ਼ਨ ਕੀਤਾ TFW ਜਾਣੀ ਕਿ ਟੈਂਪਰੇਰੀ ਫੋਰਨ ਵਰਕਰਸ, ਜਿਨ੍ਹਾਂ ਨੂੰ ਲਗਾਤਾਰ ਚੈਲੰਜ ਆ ਰਿਹਾ ਹੈ, ਲਗਾਤਾਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਪੀਆਰ ਹੋਣ ਦੇ ਵਿੱਚ। ਹੁਣ ਇਹ ਵੀ ਨਹੀਂ ਆ ਕਿ ਉਹਨਾਂ ਨੇ ਇਦਾਂ ਕਹਿ ਦਿੱਤਾ ਕਿ ਜਿੰਨੇ ਇੱਥੇ ਟੈਂਪਰੇਰੀ ਫੋਰਨ ਵਰਕਰ ਨੇ ਸਾਰੇ ਪੱਕੇ, ਇਦਾਂ ਦਾ ਵੀ ਕੁਝ ਨਹੀਂ ਆ। ਉਹਨਾਂ ਨੇ ਇੱਕ ਫਰੇਮਵਰਕ ਉਹਨਾਂ ਨੂੰ ਟਾਈਮ ਦਿੱਤਾ ਕਿ ਇੰਨੇ ਟਾਈਮ ਦੇ ਵਿੱਚ ਤੁਸੀਂ ਸਾਨੂੰ ਉਹ ਬਣਾ ਕੇ ਦਿਓ। ਜਦੋਂ ਉਹ ਬਣ ਕੇ ਆਊਗਾ ਉਹਦੇ ਵਿੱਚ ਫਿਰ ਹਰ ਇੱਕ ਬੰਦਾ ਦੇਖ ਸਕਦਾ ਕਿ ਜੇ ਕਿਸੇ ਨੂੰ ਪਹਿਲਾਂ ਇੰਨੇ ਬੈਂਡ ਚਾਹੀਦੇ ਸੀ, ਹੁਣ ਉਹਨੂੰ ਕੁਦਰਤੀ ਤੌਰ ਤੇ ਇਹਨਾਂ ਨੇ ਕਿਹਾ ਵੀ ਘੱਟ। ਇਹ ਮੋਸ਼ਨ ਲਿਆਉਣ ਦਾ ਪਰਪਸ ਬੇਸਿਕਲੀ ਇਹੀ ਆ ਕਿ ਟੈਂਪਰੇਰੀ ਫੋਰਨ ਵਰਕਰ ਪੱਕੇ ਨਹੀਂ ਹੋ ਰਹੇ ਇੱਥੇ। ਪੱਕੇ ਕਿਉਂ ਨਹੀਂ ਹੋ ਰਹੇ? ਕਿਸੇ ਕੋਲ ਆਇਲਟਸ ਨਹੀਂ ਹੋ ਰਿਹਾ, ਕੋਈ ਪੁਆਇੰਟਸ ਨਹੀਂ ਪੂਰੇ ਹੋ ਰਹੇ, ਕੋਈ ਖੇਤੀਬਾੜੀ 'ਚ ਕੰਮ ਕਰ ਰਿਹਾ ਉਹਦੇ ਕੋਲੇ ਐਜੂਕੇਸ਼ਨ ਹੈ ਨਹੀਂ ਜਿੰਨੀ ਚਾਹੀਦੀ ਹੈ, ਉਹ ਪੱਕੇ ਨਹੀਂ ਹੋ ਰਹੇ। ਦੂਜੇ ਪਾਸੇ ਕੰਮ ਵਾਲੇ ਬੰਦੇ ਨਹੀਂ ਮਿਲ ਰਹੇ। ਇਸ ਮੋਸ਼ਨ ਦੇ ਤਹਿਤ ਰਣਦੀਪ ਸਰਾਏ ਹੁਣ ਜਿਹੜਾ ਲੈ ਕੇ ਆਏ ਤੇ ਜਿਹੜਾ ਹਾਊਸ ਆਫ ਕਾਮਨਸ ਦੇ ਵਿੱਚ ਯੂਨਾਨੀਮਸਲੀ ਪਾਸ ਕਰ ਦਿੱਤਾ, ਉਹ ਪੱਕੇ ਹੋ ਜਾਣਗੇ। ਇਹਦਾ ਉਹਨਾਂ ਦੇ ਨਾਲ ਜਿਹੜੇ ਬਾਹਰੋਂ ਆਉਣੇ ਆ ਸਿੱਧਾ ਕੋਈ ਸੰਬੰਧ ਨਹੀਂ ਹੈ ਜੀ। ਬਿਲਕੁਲ, ਇਸ ਖੁਸ਼ਖਬਰੀ ਦੇ ਨਾਲ ਇੱਕ ਥੋੜੀ ਜਿਹੀ ਜਿਹੜੀ ਚੁਣੌਤੀ ਹੈ, ਜਿਹੜੀ ਕਿ ਸ਼ਾਇਦ ਸੂਬਾ ਸਰਕਾਰਾਂ ਦੇ ਲਈ ਵੀ ਬਹੁਤ ਵੱਡੀ ਚੁਣੌਤੀ ਹੋ ਸਕਦੀ ਹੈ ਕਿ ਇੱਕ ਪਾਸੇ ਮਹਿੰਗਾਈ ਦੇ ਵਿੱਚ ਅਸੀਂ ਹਰ ਦਿਨ ਦੇਖਦੇ ਹਾਂ ਵੀ ਕਿਵੇਂ ਜੂਝ ਰਹੇ ਨੇ ਸਾਰੇ, ਗੈਸ ਦੀਆਂ ਕੀਮਤਾਂ, ਹਾਊਸਿੰਗ ਮਾਰਕੀਟ ਦੇ ਵਿੱਚ ਅਸੀਂ ਦੇਖਦੇ ਹਾਂ ਕੀ ਕੁਝ ਚੱਲ ਰਿਹਾ, ਗਰੋਸਰੀ ਸਟੋਰ, ਹਰ ਚੀਜ਼ ਜਿਹੜੀ ਹੈ ਉਹ ਮਹਿੰਗੀ ਹੁੰਦੀ ਜਾ ਰਹੀ ਹੈ। ਤੇ ਪਿੱਛੇ ਜੇ ਰਿਫਿਊਜ਼ੀਆਂ ਦਾ ਜਿਹੜਾ ਚੱਲਿਆ ਵੀ ਸੀ ਮੈਟਰ, ਵੀ ਜਦੋਂ ਯੂਕਰੇਨ ਤੋਂ ਇੱਥੇ ਬਹੁਤ ਸਾਰੇ ਲੋਕ ਬੁਲਾਣੇ ਸੀ ਤਾਂ ਉਦੋਂ ਵੀ ਬੜੀ ਭਾਜੜ ਪੈ ਗਈ ਸੀਗੀ ਵੀ ਬਾਹਰੋਂ ਲੋਕ ਜਿਹੜੇ ਬੁਲਾ ਕੇ ਹਜੇ ਸੱਦਿਆ ਰਹੇ। ਇੱਥੇ ਆਲਰੇਡੀ ਇੰਨੀਆਂ ਸਾਰੀਆਂ ਚੁਣੌਤੀਆਂ ਨੇ। ਹੁਣ ਜਿਹੜੇ ਪਰਮਾਨੈਂਟ ਜਿਹੜੇ ਇੱਥੇ ਹੋ ਜਾਣਗੇ ਪੀਆਰ ਲਈ, ਚੁਣੌਤੀ ਉਹ ਵੀ ਵੱਡੀ ਸਰਕਾਰ ਦੇ ਲਈ ਬਣਨਗੇ ਕਿਉਂਕਿ ਉਹਨਾਂ ਲਈ ਵੀ ਸਾਰੇ ਇੰਤਜ਼ਾਮ ਜਿਹੜੇ ਆ ਉਹ ਕਰਨੇ ਪੈਣਗੇ।
ਬਿਲਕੁਲ ਜੀ, ਪਰ ਉਹ ਬੇਸਿਕਲੀ ਕਿਉਂਕਿ ਉਹ ਆਲਰੇਡੀ ਇੱਥੇ ਰਹਿ ਹੀ ਰਹੇ ਆ ਪਹਿਲਾਂ, ਉਹਨਾਂ ਲਈ ਉਹ ਸਾਰਾ ਕੁਝ ਹੋ ਹੀ ਰਿਹਾ। ਉਹ ਇੱਕ ਵਰਕ ਫੋਰਸ ਜਿਹੜੀ ਵੱਡੀ ਆ ਸਾਡੇ ਇਹਦੇ ਵਿੱਚ ਐਡ ਹੋਊਗੀ, ਔਰ ਉਹ ਇੱਕ ਬਹੁਤ ਚੰਗੀ ਗੱਲ ਆ ਜਿਹੜੀ ਅੱਜ ਜਿਹੜੀ ਸਾਡੇ ਇਹ ਸਾਹਮਣੇ ਆਈ ਆ, ਤੇ ਇਹਦੇ ਨਾਲ ਬਹੁਤ ਸਾਰੇ ਲੋਕਾਂ ਦਾ ਫਾਇਦਾ ਹੋਏਗਾ ਜੀ। ਮਿਹਰਬਾਨੀ ਜੀ। ਜਦੋਂ ਇਹ ਟੀਆਰ ਟੂ ਪੀਆਰ ਦਾ ਪ੍ਰੋਗਰਾਮ ਸੰਬੰਧੀ ਗੱਲਬਾਤ ਕੀਤੀ ਜਾਣੀ ਸੀ ਕਿ ਜਿਹੜੇ ਕੈਨੇਡਾ ਦੇ ਵਿੱਚ ਨੇ ਉਹਨਾਂ ਨੂੰ ਪੱਕਾ ਕੀਤਾ ਜਾਏ, ਤਾਂ ਉਹਦੇ ਸੰਬੰਧੀ ਹੋਰ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਖਾਸ ਤੌਰ ਤੇ ਖਿਆਲ ਰੱਖਣਾ ਲਾਜ਼ਮੀ ਹੈ, ਔਰ ਕਿਹੜੀਆਂ ਉਹ ਗੱਲਾਂ ਜਿਨ੍ਹਾਂ ਦੇ ਉੱਤੇ ਹਾਊਸ ਦੇ ਵਿੱਚ ਜਾਂ ਫਿਰ ਇਸ ਬਿੱਲ ਦੇ ਨਾਲ ਜਿਹੜੇ ਸਹਿਮਤੀ ਜਤਾ ਰਹੇ ਨੇ ਉਹਨਾਂ ਦੇ ਵੱਲੋਂ ਕਿਹੜੇ ਨੁਕਤੇ ਜਿਹੜੇ ਨੇ ਉਹ ਪੇਸ਼ ਕੀਤੇ ਗਏ, ਉਹਨਾਂ ਸੰਬੰਧੀ ਵੀ ਜਿਹੜੀ ਹੈ ਤੁਹਾਨੂੰ ਜਾਣਕਾਰੀ ਦਿੰਦੇ ਹਾਂ। ਦੱਸ ਦਈਏ ਕਿ ਜਿਹੜੇ ਓਪੀਨੀਅਨ ਰੱਖੇ ਗਏ ਉਹਨਾਂ ਦੇ ਮੁਤਾਬਕ ਸਰਕਾਰ ਨੂੰ ਇਸ ਮਤੇ ਨੂੰ ਅਪਣਾਉਣ ਤੋਂ ਬਾਅਦ 120 ਦਿਨਾਂ ਦੇ ਅੰਦਰ ਆਰਥਿਕ ਇਮੀਗ੍ਰੇਸ਼ਨ ਸਟ੍ਰੀਮ ਦਾ ਵਿਸਥਾਰ ਕਰਨ ਲਈ ਇੱਕ ਵਿਆਪਕ ਯੋਜਨਾ ਵਿਕਸਿਤ ਕਰਨੀ ਚਾਹੀਦੀ ਹੈ ਤੇ ਜਨਤਕ ਤੌਰ ਤੇ ਜਾਰੀ ਕਰਨੀ ਚਾਹੀਦੀ ਹੈ, ਤਾਂ ਜੋ ਸਾਰੇ ਹੁਨਰ ਪੱਧਰਾਂ ਦੇ ਕਾਮਿਆਂ ਨੂੰ ਲੇਬਰ ਦੀਆਂ ਲੋੜਾਂ ਦੀ ਪੂਰੀ ਸ਼੍ਰੇਣੀ ਤੇ ਅਸਥਾਈ ਵਿਦੇਸ਼ੀ ਕਰਮਚਾਰੀਆਂ ਲਈ ਸਥਾਈ ਨਿਵਾਸ ਲਈ ਮਾਰਗਾਂ ਨੂੰ ਪੂਰਾ ਕਰਨ ਦੀ ਇਜਾਜ਼ਤ ਦਿੱਤੀ ਜਾ ਸਕੇ। ਕੌਮਾਂਤਰੀ ਵਿਦਿਆਰਥੀਆਂ ਸਮੇਤ ਲਗਾਤਾਰ ਮਜ਼ਦੂਰਾਂ ਦੀ ਘਾਟ ਵਾਲੇ ਖੇਤਰਾਂ ਵਿੱਚ ਮਹੱਤਵਪੂਰਨ ਕੈਨੇਡੀਅਨ ਕੰਮ ਦੇ ਤਜਰਬੇ ਦੇ ਨਾਲ ਤੇ ਅਜਿਹੀ ਯੋਜਨਾ ਦੇ ਵਿੱਚ ਹੇਠ ਲਿਖੇ ਤੱਤ ਸ਼ਾਮਿਲ ਨੇ। ਪਹਿਲੇ ਤੱਤ ਦੀ ਜੇ ਗੱਲ ਕਰ ਲਈ ਜਾਏ ਤਾਂ ਉਸ ਮੁਤਾਬਕ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੇ ਅਧੀਨ ਯੋਗਤਾ ਦੇ ਮਾਪਦੰਡ ਵਿੱਚ ਸੋਧ ਕਰਨਾ, ਮਹੱਤਵਪੂਰਨ ਇਨ ਕੈਨੇਡਾ ਕੰਮ ਦੇ ਤਜਰਬੇ ਨੂੰ ਵਧੇਰੇ ਵਜਨ ਦੇਣਾ ਤੇ ਯੋਗ ਕਿੱਤਾ ਮੁਖੀ ਸ਼੍ਰੇਣੀਆਂ ਤੇ ਵੱਖ-ਵੱਖ ਹੁਨਰ ਪੱਧਰਾਂ ਤੇ ਕੰਮ ਦੇ ਤਜਰਬੇ ਦਾ ਵਿਸਥਾਰ ਕਰਨਾ ਹੈ। ਅੱਗੇ ਹਾਲ ਹੀ ਦੇ ਪ੍ਰੋਗਰਾਮ ਜਿਵੇਂ ਕਿ ਟੀਆਰ ਟੂ ਪੀਆਰ ਪਾਥਵੇ, ਐਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ, ਰੂਰਲ ਐਂਡ ਨਾਰਥਰਨ ਇਮੀਗ੍ਰੇਸ਼ਨ ਪ੍ਰੋਗਰਾਮ ਤੇ ਐਗਰੀ ਫੂਡ ਪਾਇਲਟ ਤੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰਕਿਰਿਆ PNP ਤੋਂ ਇਕੱਠੇ ਕੀਤੇ ਸਬੂਤ ਤੇ ਡਾਟਾ ਦੀ ਜਾਂਚ ਕਰਨਾ। ਅਗਲਾ ਹੈ ਪ੍ਰਵਾਸੀ ਚੋਣ ਤੇ ਨੀਤੀ ਨੂੰ ਨਿਰੰਤਰ ਲੇਬਰ ਪਾੜੇ ਦੇ ਨਾਲ ਇਕਸਾਰ ਕਰਨ ਦੇ ਲਈ ਲੇਬਰ ਮਾਰਕੀਟ ਤੇ ਹੁਨਰਾਂ ਦੀ ਘਾਟ ਬਾਰੇ ਡੇਟਾ ਨੂੰ ਸ਼ਾਮਿਲ ਕਰਨਾ। ਇਸ ਤੋਂ ਬਾਅਦ ਹੈ ਇਮੀਗ੍ਰੇਸ਼ਨ ਤੇ ਜਿਓਗ੍ਰਾਫੀ ਡਿਸਟ੍ਰੀਬਿਊਸ਼ਨ ਨੂੰ ਵਧਾਉਣ ਤੇ ਛੋਟੇ ਭਾਈਚਾਰਿਆਂ ਵਿੱਚ ਪ੍ਰਵਾਸੀ ਧਾਰਨ ਨੂੰ ਉਤਸ਼ਾਹਿਤ ਕਰਨ ਦੇ ਤਰੀਕਿਆਂ ਦਾ ਮੁਲਾਂਕਣ ਕਰਨਾ, ਨਾਲ ਹੀ ਕਿਊਬਿਕ ਤੋਂ ਬਾਹਰ ਫ੍ਰੈਂਕੋਫੋਨ ਇਮੀਗ੍ਰੇਸ਼ਨ ਨੂੰ ਵਧਾਉਣਾ। ਲੇਬਰ ਮਾਰਕੀਟ ਦੀਆਂ ਲੋੜਾਂ ਤੇ ਖੇਤਰੀ ਆਰਥਿਕ ਤਰਜੀਹਾਂ ਵਿੱਚ ਤਬਦੀਲੀਆਂ ਲਈ ਤੇਜ਼ੀ ਨਾਲ ਪ੍ਰਕਿਰਿਆ ਕਰਨ ਦੇ ਲਈ ਇਮੀਗ੍ਰੇਸ਼ਨ ਚੋਣ ਸਾਧਨਾਂ ਦੇ ਵਿੱਚ ਫਲੈਕਸੀਬਿਲਿਟੀ ਨੂੰ ਯਕੀਨੀ ਬਣਾਉਣ ਦੇ ਲਈ ਜਿਹੜੀਆਂ ਵਿਧੀਆਂ ਦੀ ਪਛਾਣ ਕਰਨਾ ਤੇ ਅੱਗੇ ਹੈ ਖਾਸ ਤੌਰ ਤੇ ਉਹਨਾਂ ਕਿੱਤਿਆਂ ਤੇ ਜ਼ਰੂਰੀ ਖੇਤਰਾਂ ਤੇ ਵਿਚਾਰ ਕਰਨਾ ਜੋ ਮੌਜੂਦਾ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੇ ਵਿੱਚ ਘੱਟ ਪੇਸ਼ ਕੀਤੇ ਗਏ ਨੇ, ਜਿਵੇਂ ਕਿ ਸਿਹਤ ਸੇਵਾਵਾਂ, ਦੇਖਭਾਲ ਕਰਨ ਵਾਲੇ, ਖੇਤੀਬਾੜੀ ਨਿਰਮਾਣ, ਸੇਵਾ ਉਦਯੋਗ, ਵਪਾਰ ਤੇ ਆਵਾਜਾਈ। ਜਿਹੜੇ ਕੰਵਰ ਗਰੇਵਾਲ ਨੇ ਸੂਫੀ ਗਾਇਕ ਬਣੇ ਜਾਂਦੇ ਨੇ ਔਰ ਬਿਹਤਰੀਨ ਗਾਇਕੀ ਦੇ ਕਰਕੇ ਜਿਹੜਾ ਉਹਨਾਂ ਦਾ ਇੱਕ ਵੱਖਰਾ ਨਾਮ ਹੈ ਪਛਾਣਿਆ ਜਾਂਦਾ ਹੈ। ਕੰਵਰ ਗਰੇਵਾਲ ਇਹਨੇ ਦਿਨੀ ਫਤਿਹ ਟੂਰ 2022 ਲੈ ਕੇ ਕੈਨੇਡਾ ਪਹੁੰਚੇ ਹੋਏ ਨੇ। 15 ਤਰੀਕ ਨੂੰ ਉਹਨਾਂ ਦਾ ਸਰੀ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਵੈਨਕੂਵਰ ਦੇ ਵਿੱਚ ਪ੍ਰੋਗਰਾਮ ਵੀ ਹੋਣ ਜਾ ਰਿਹਾ ਔਰ ਦੱਸਦੇ ਕਿ ਚੈਨਲ ਪੰਜਾਬੀ ਦੀ ਟੀਮ ਦੇ ਨਾਲ ਕੁਝ ਗੱਲਾਂ ਬਾਤਾਂ ਜਿਹੜੀਆਂ ਨੇ ਦਿਲ ਦੀਆਂ ਉਹਨਾਂ ਨੇ ਸਾਂਝੀਆਂ ਕੀਤੀਆਂ ਤੇ ਨਾਲ ਦੀ ਨਾਲ ਜਿਹੜੇ ਗਾਇਕ ਨੇ ਉਹਨਾਂ ਦੇ ਲਈ ਕੁਝ ਸੁਝਾਅ ਵੀ ਜਿਹੜੇ ਪੇਸ਼ ਕੀਤੇ ਨੇ ਤੇ ਉਹਨਾਂ ਗਾਇਕਾਂ ਲਈ ਵੀ ਜਿਹੜੇ ਸਿਆਸਤ ਦਾ ਰੁਖ ਕਰਦੇ ਨੇ। ਆਓ ਸੁਣਦੇ ਹਾਂ ਕਿ ਕੁਝ ਕਹਿੰਦੇ ਨਜ਼ਰ ਆਏ ਕੰਵਰ ਗਰੇਵਾਲ। ਇੱਥੇ ਖੜ ਕੇ ਗਾਵੇ ਵੀ ਖਿਚਲਾ ਜੱਟਾ ਖਿੱਚ ਤਿਆਰੀ ਵੇਚਾ ਪੈ ਗਿਆ ਸੈਂਟਰ। ਤੁਹਾਨੂੰ ਕਈ ਵਾਰੀ ਹਾਲ ਦੇ ਵਿੱਚ ਇਦਾਂ ਹੀ ਲੱਗਣ ਲੱਗ ਜਾਂਦਾ ਕਿ ਅਸੀਂ ਦਿੱਲੀ ਮੋਰਚੇ ਤੇ ਬੈਠੇ ਹਾਂ। ਇਸ ਵਾਰੀ ਲੋਕ ਬਦਲਾਅ ਚਾਹੁੰਦੇ ਸੀ ਔਰ ਮਹਾਰਾਜ ਨੇ ਉਹ ਸਾਰੀ ਖੇਡ ਵਰਤਾਈ ਕਿ ਬਦਲਾਅ ਆਇਆ। ਉਜੜਨ ਤੇ 70 ਸਾਲ ਲੱਗ ਗਏ ਪਰ ਵਸਣ ਤੇ 15-20 ਸਾਲ ਲੱਗਣੇ। ਤੁਸੀਂ ਗਾਇਕਾਂ ਨਾਲ ਸਿਆਸਤ ਵਿੱਚ ਜਾਣਾ ਕਿਵੇਂ ਵੇਖਦੇ ਹੋ? ਜਿੰਨਾ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਇਹ ਸਾਲ ਚ ਨਹੀਂ ਹੁੰਦਾ। ਮੇਰਾ ਕੋਈ ਗਾਣਾ 100 ਮਿਲੀਅਨ ਨਹੀਂ ਹੈਗਾ ਹਨਾ, ਪਰ ਮੈਂ ਖਾੜਾ 1300 ਲਾਉਂਦਾ। ਇਹ ਮੇਰੇ ਪੰਜਾਬ ਦੇ ਗੀਤ ਨਹੀਂ ਹੈਗੇ। ਮੇਰੇ ਪੰਜਾਬ ਦੇ ਗੀਤ ਹੈਗੇ ਕਿ ਮੈਂ ਇੱਥੋਂ ਦੇ ਸੂਰਬੀਰ ਯੋਧਿਆਂ ਦੀ ਗੱਲ ਕਰਾਂ, ਸਾਡੇ ਧਰਮ ਦੀ ਗੱਲ ਕਰਾਂ, ਰਾਜਨੀਤੀ ਦੀ ਗੱਲ ਕਰਾਂ। ਉਸੇ ਹੀ ਰਾਹ ਤੇ ਤੁਰ ਪਏ ਪੁੱਤ ਤੇਗ ਬਹਾਦਰ ਦੇ, ਬਰਸੇ ਕੋਈ ਨੂਰ ਇਲਾਹੀ ਦਿੱਲੀ ਦੇ ਬਾਰਡਰ ਤੇ, ਬਰਸੇ ਕੋਈ ਨੂਰ ਇਲਾਹੀ। ਸਤਿ ਸ਼੍ਰੀ ਅਕਾਲ ਜੀ। ਗੱਲ ਕਰਾਂਗੇ ਉਸ ਸੂਫੀ ਗਾਇਕ ਦੀ ਜਿਹੜੇ ਨਾਰਾ ਲੈ ਕੇ ਆਏ ਨੇ ਕੈਨੇਡਾ ਦੇ ਵਿੱਚ ਫਤਿਹ ਟੂਰ 2022। ਇੰਨਾ ਹੀ ਨਹੀਂ, ਨਾਲ ਦੀ ਨਾਲ ਹਮੇਸ਼ਾ ਗੱਲ ਕਰਦੇ ਨੇ ਕਿਸਾਨਾਂ ਦੀ। ਕਿਸਾਨ ਅੰਦੋਲਨ ਦੇ ਵਿੱਚ ਵੀ ਬਹੁਤ ਜ਼ਿਆਦਾ ਅਸੀਂ ਉਹਨਾਂ ਨੂੰ ਐਕਟਿਵ ਦੇਖਿਆ। ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਹਮੇਸ਼ਾ ਨਾਰਾ ਲਗਾ ਰਹੇ ਸੀ ਤੇ ਇਸ ਵਾਰ ਵੀ ਇਹੀ ਨਾਰਾ ਲਗਾ ਰਹੇ ਨੇ, ਫਸਲਾਂ ਦੇ ਫੈਸਲੇ ਕਿਸਾਨ ਕਰੇਗਾ। ਤੇ ਇਸ ਵਾਰ ਉਹਨਾਂ ਦੇ ਟੂਰ ਦਾ ਜਿਹੜਾ ਮੇਨ ਮਕਸਦ ਹੈ ਉਹ ਕਿਸਾਨਾਂ ਦੇ ਜਿਹੜੀ ਹਿੰਮਤ ਨੂੰ ਤੇ ਉਹਨਾਂ ਦੇ ਜਜ਼ਬੇ ਨੂੰ ਸਲਾਮ ਕਹਿਣ ਦੇ ਲਈ ਹੀ ਉਹ ਕੈਨੇਡਾ ਦੇ ਵਿੱਚ ਆਪਣੇ ਇਸ ਟੂਰ ਨੂੰ ਲੈ ਕੇ ਆਏ ਨੇ। ਮੈਨੂੰ ਲੱਗਦਾ ਬਹੁਤ ਹੱਦ ਤੱਕ ਤੁਹਾਨੂੰ ਗੈਸ ਲੱਗ ਗਿਆ ਹੋਏਗਾ ਮੈਂ ਕਿਹਦਾ ਜ਼ਿਕਰ ਕਰਨ ਜਾ ਰਹੀ ਹਾਂ। ਜੀ ਹਾਂ, ਹਮੇਸ਼ਾ ਜਿਨ੍ਹਾਂ ਦੇ ਮੂੰਹੋਂ ਅਸੀਂ ਇੱਕ ਗੱਲ ਸੁਣੀ ਹੈ ਕਿ ਸੇਵਾ ਕਰਕੇ ਮਾਣ ਕਮਾਈਦਾ।
ਇਹ ਟੈਗਲਾਈਨ ਹੈ, ਹਮੇਸ਼ਾ ਤੁਸੀਂ ਸੁਣਦੇ ਆਏ ਹੋ ਕਨਵਰ ਗਰੇਵਾਲ ਦੀ। ਉਹਨਾਂ ਨਾਲ ਇਸ ਸੰਬੰਧੀ ਅੱਜ ਗੱਲਬਾਤ ਕਰਾਂਗੇ। ਕਨਵਰ ਗਰੇਵਾਲ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਚੈਨਲ ਪੰਜਾਬੀ ਤੇ। ਜੀ ਸ਼ੈਰੀ ਜੀ, ਸਾਡੇ ਵੱਲੋਂ ਵੀ ਤੁਹਾਡਾ ਬਹੁਤ ਬਹੁਤ ਆਦਰ ਸਤਿਕਾਰ। ਕਨਵਰ ਜੀ, ਬਹੁਤ ਹੀ ਖੁਸ਼ੀ ਹੁੰਦੀ ਹੈ ਸਪੈਸ਼ਲੀ ਦਰਸ਼ਕ ਜਦੋਂ ਤੁਹਾਨੂੰ ਮਿਲਦੇ ਨੇ, ਤੁਹਾਨੂੰ ਸੁਣਦੇ ਨੇ, ਗਾਉਂਦੇ ਹੋਏ ਦੇਖਦੇ ਨੇ। ਇਸ ਵਾਰ ਕੈਨੇਡਾ ਦੇ ਵਿੱਚ ਆਏ ਹੋ, ਕੀ ਨਾਰਾ ਲੈ ਕੇ ਆਏ ਹੋ ਕੈਨੇਡਾ ਵਾਸੀਆਂ ਲਈ? ਦੇਖੋ, ਇੱਕ ਤਾਂ 4 ਸਾਲ ਹੋ ਗਏ ਜੀ ਹੁਣ, ਲੋਕਡਾਊਨ ਲੱਗ ਗਿਆ, ਉਸ ਤੋਂ ਬਾਅਦ ਪ੍ਰੋਟੈਸਟ ਆ ਗਿਆ, ਚਲੋ, ਤੇ ਇੱਕ ਤਾਂ ਵਿੱਚ ਲੰਬਾ ਪੈ ਗਿਆ ਵਕਤ, ਤੇ ਬਾਕੀ ਸਾਡਾ ਜੀ ਕਰਦਾ ਹੁੰਦਾ ਪਰਸਨਲੀ ਕਿ ਆਈਏ, ਆਪਦੇ ਪਰਿਵਾਰਾਂ ਨੂੰ ਮਿਲੀਏ। ਤੇ ਨੋ ਡਾਊਟ ਇਹ ਇੱਕ ਬਿਜ਼ਨਸ ਵੀ ਹੈ, ਪਰ ਉਹਦੇ ਨਾਲ ਨਾਲ ਇੱਕ ਭਾਵਨਾ ਅੰਦਰ ਇਹ ਵੀ ਹੈਗੀ ਹੈ ਕਿ ਆਪਦੇ ਪਰਿਵਾਰਾਂ ਨਾਲ ਬੈਠ ਕੇ ਪੰਜਾਬ ਦੀਆਂ ਗੱਲਾਂ ਕਰਨੀਆਂ। ਹੋਰ ਜਿਹੜੇ ਗੀਤ, ਜਿਵੇਂ ਮੰਨ ਲਓ ਪ੍ਰੋਟੈਸਟ ਦੇ ਗੀਤ ਹੀ ਹੈ, ਹੁਣ ਇੱਕ ਹੁੰਦਾ ਸੀ ਕਿ ਡੈਕ ਚਲਾ ਕੇ ਸੁਣ ਲੈਣੇ, CD ਚਲਾ ਕੇ ਜਾਂ ਕਾਰ 'ਚ ਸੁਣ ਲੈਣੇ। ਇੱਕ ਹੁੰਦਾ ਤੁਹਾਡਾ ਆਪਣਾ ਗਵਈਆ ਤੁਹਾਡੇ ਸਾਹਮਣੇ ਖੜਾ ਹੋਵੇ, ਇੱਥੇ ਖੜ ਕੇ ਗਾਵੇ ਵੀ ਖਿੱਚ ਲਾ ਜੱਟਾ ਖਿੱਚ ਤਿਆਰੀ, ਪੇਚਾ ਪੈ ਗਿਆ ਸੈਂਟਰ ਨਾਲ। ਸੋ ਹੁਣ ਅਸੀਂ ਅਮਰੀਕਾ ਦਾ ਟੂਰ ਕਰਦੇ ਹੀ ਇੱਧਰ ਆਇਆ ਮੈਂ, ਹਜੇ ਅਮਰੀਕਾ ਵਾਪਸ ਜਾਣਾ। ਅਸੀਂ ਟੂਰ ਸਾਰਾ ਕਰਕੇ ਕੈਨੇਡਾ। ਉੱਥੋਂ ਦਾ ਐਕਸਪੀਰੀਅੰਸ ਇਹੀ ਸੀ ਕਿ ਫਿਰ ਆਹ ਗੀਤ, ਜਿਵੇਂ ਜੋ ਤੁਸੀਂ ਗੀਤ ਪੜ੍ਹ ਰਹੇ ਸੀ, ਫਸਲਾਂ ਦੇ ਫੈਸਲੇ ਕਿਸਾਨ ਕਰੂਗਾ, ਸੋ ਇਸ ਤਰ੍ਹਾਂ ਦੇ ਗੀਤ ਸੁਣ ਕੇ ਫਿਰ ਸਾਰਿਆਂ ਨੂੰ ਚੰਗਾ ਲੱਗਦਾ ਸੀ ਕਿ ਜੋ ਪ੍ਰੋਟੈਸਟ ਦੇ ਵਿੱਚ ਫਿਜ਼ੀਕਲੀ ਅਸੀਂ ਨਹੀਂ ਜਾ ਸਕੇ, ਸੋ ਉਹਨੂੰ ਕਈ ਵਾਰੀ ਹਾਲ ਦੇ ਵਿੱਚ ਇੱਦਾਂ ਹੀ ਲੱਗਣ ਲੱਗ ਜਾਂਦਾ ਕਿ ਅਸੀਂ ਦਿੱਲੀ ਮੋਰਚੇ 'ਤੇ ਹੀ ਬੈਠੇ ਹਾਂ। ਸੋ ਸਾਰੀਆਂ ਚੀਜ਼ਾਂ ਨਾਲ ਮਾਰਫਤ, ਜੋ ਮੇਰਾ ਪਹਿਲਾਂ ਮੇਰਾ ਜੌਨਰ ਹੈ, ਜੋ ਮੈਂ ਗਾਉਂਦਾ ਆਇਆ ਪਿਛਲੇ 9 ਸਾਲਾਂ ਤੋਂ, ਉਹ ਸਾਰੇ ਗੀਤ ਨਾਲ ਸੋਹਣੇ ਮੁਲਕ ਪੰਜਾਬ ਦੀਆਂ ਗੱਲਾਂ, ਸੋ ਸਾਰੀਆਂ ਕਰਾਂਗੇ ਜੀ। ਜਿਸ ਤਰੀਕੇ ਨਾਲ ਕਿਸਾਨ ਅੰਦੋਲਨ ਦੇ ਵਿੱਚ ਤੁਹਾਡੀ ਸ਼ਮੂਲੀਅਤ ਸੀ, ਉਹ ਸਾਰੀ ਦੁਨੀਆ ਨੇ ਦੇਖੀ ਹੈ। ਬਹੁਤ ਚੰਗੀ ਗੱਲ ਹੈ, ਔਰ ਤੁਸੀਂ ਵਧਾਈ ਦੇ ਪਾਤਰ ਵੀ ਹੋ। ਜਿਸ ਤਰੀਕੇ ਨਾਲ ਤੁਹਾਡੀ ਉਹਦੇ ਵਿੱਚ ਭੂਮਿਕਾ ਸੀ, ਅੱਜ ਦਾ ਮਾਹੌਲ ਤੁਸੀਂ ਬਿਹਤਰ ਪੰਜਾਬ ਦੇ ਵਿੱਚ ਦੇਖ ਕੇ ਆਏ ਹੋ। ਕਿਸਾਨ ਅੰਦੋਲਨ ਨੂੰ ਜਿੱਤ ਵੀ ਹਾਸਲ ਹੋਈ ਹੈ, ਨਵੀਂ ਸਰਕਾਰ ਵੀ ਬਣ ਗਈ ਹੈ। ਕੀ ਉੱਥੋਂ ਦਾ ਮਾਹੌਲ ਹੈ? ਥੋੜ੍ਹਾ ਜਿਹਾ ਸਾਡੇ ਕੈਨੇਡਾ ਵਾਸੀਆਂ ਨਾਲ ਵੀ ਸਾਂਝਾ ਕਰੋ। ਨਹੀਂ, ਮਾਹੌਲ ਹੁਣ ਪੋਜ਼ੀਟਿਵ ਹੈ ਜੀ। ਜਿੰਨੀ ਖੁਸ਼ੀ ਇੱਧਰ ਪਰਿਵਾਰਾਂ ਨੂੰ ਹੋਈ ਹੈ, ਮੈਂ ਜਿੰਨਿਆਂ ਨੂੰ ਵੀ ਪੁੱਛਿਆ ਇੱਥੇ ਪਰਿਵਾਰਾਂ 'ਚ ਬੈਠੇ ਵੀ ਜਿਸ ਦਾ ਰਿਜ਼ਲਟ ਆਇਆ ਸੀ, ਤੁਸੀਂ ਕੀ ਕਰਦੇ ਸੀ? ਉਹ ਕਹਿੰਦੇ ਅਸੀਂ ਰਾਤ ਨੂੰ ਸਾਰੀ ਰਾਤ ਬੈਠੇ ਰਹੇ, ਵੀ ਜਦੋਂ ਸਰਕਾਰ ਬਣ ਗਈ ਬਾਈ ਭਗਵੰਤ ਹੋਰਾਂ ਦੀ, ਅਸੀਂ ਉਦੋਂ ਸੁੱਤੇ ਹਾਂ। ਔਰ ਸਾਰਿਆਂ ਨੇ ਚਾਅ ਕੀਤਾ, ਇੱਥੇ ਪਟਾਕੇ ਵੀ ਚਲਾਏ, ਬਹੁਤ ਕੁਛ ਕੀਤਾ ਇੱਥੇ। ਅਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਆਲਮ ਸੀ। ਇਸ ਵਾਰੀ ਲੋਕ ਬਦਲਾਅ ਚਾਹੁੰਦੇ ਸੀ, ਔਰ ਮਹਾਰਾਜ ਨੇ ਉਹ ਸਾਰੀ ਖੇਡ ਵਰਤਾਈ ਕਿ ਬਦਲਾਅ ਆਇਆ। ਅਤੇ ਬਾਕੀ ਹੁਣ ਜਿੱਥੋਂ ਤੱਕ ਹੁਣ ਮਾਹੌਲ ਆ ਉੱਥੇ ਆਏ ਨੂੰ, ਤਾਂ ਚਲੋ ਮੈਨੂੰ ਵੀ ਹੁਣ ਹੋ ਗਏ 40-45 ਦਿਨ ਪੰਜਾਬੋਂ, ਪਰ ਜਿੰਨਾ ਮੈਂ ਸੁਣਦਾ ਕਿ ਕੰਮ ਹੋ ਰਹੇ ਆ ਹੁਣ। ਬਾਕੀ ਇੰਨਾ ਜ਼ਰੂਰ ਹੈ ਕਿ ਉਜੜਨ 'ਤੇ 70 ਸਾਲ ਲੱਗ ਗਏ ਆਪਾਂ ਨੂੰ, ਵਸਣ 'ਤੇ 15-20 ਤਾਂ ਲੱਗਣਗੇ। ਸੋ ਕਾਹਲੀ ਨਾ ਕਰੀਏ ਅਤੇ ਟਾਈਮ ਦਈਏ ਸਰਕਾਰ ਨੂੰ। ਅਤੇ ਬਾਕੀ ਇਹ ਹੈ ਕਿ ਜੇ ਵਾਕਈ ਅਸੀਂ, ਭਾਵੇਂ ਮੈਂ ਕਿਸੇ ਹੋਰ ਪਾਰਟੀ ਦਾ ਵੀ ਹੋਵਾਂ, ਇਸ ਵੇਲੇ ਮੇਰਾ ਫਰਜ਼ ਇਹ ਬਣਦਾ, ਜੇ ਮੈਂ ਗੁਰੂ ਨਾਨਕ ਦਾ ਪੁੱਤ ਹਾਂ, ਤਾਂ ਸਰਕਾਰ ਦੀ ਹੈਲਪ ਕਰੀਏ। ਅਸੀਂ ਸਾਰੇ ਰਲ ਮਿਲ ਕੇ, ਆਵਾਮ ਵੀ ਔਰ ਸਰਕਾਰ ਵੀ, ਉਹਨਾਂ ਦੀ ਕੈਬਨਿਟ ਸਾਰੀ ਰਲ ਮਿਲ ਕੇ, ਕਿਉਂਕਿ ਪੰਜਾਬ ਦੀ ਬਿਹਤਰੀ ਲਈ ਜੇ ਤਾਂ ਗੱਲ ਕਰਨੀ ਹੈ, ਫਿਰ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਦੁਫਾੜ ਚੀਜ਼, ਕੋਈ ਧਿਰ ਸਾਹਮਣੇ ਹੋ ਸਕਦੀ ਹੈ। ਅਤੇ ਜੇ ਪੰਜਾਬ ਦੀ ਬਿਹਤਰੀ ਨਹੀਂ, ਕੋਈ ਇੰਡੀਵਿਜੂਅਲੀ ਆਪਣੇ ਮਸਲੇ ਆ, ਤਾਂ ਫਿਰ ਤਾਂ ਜੋ ਕੁਛ ਚੱਲ ਰਿਹਾ ਜਾਂ ਅੱਗੇ ਚੱਲੂਗਾ, ਉਹ ਅਸੀਂ ਸਾਰੇ ਭਲੀ ਭਾਂਤੀ ਜਾਣੂਗੇ। ਕਨਵਰ ਜੀ, ਬਹੁਤ ਸਾਰੇ ਜਿਹੜੇ ਗਾਇਕ ਨੇ, ਸਭ ਨੇ ਕਿਸਾਨ ਮੋਰਚੇ ਦੇ ਤਾਂ ਅਸੀਂ ਦੇਖਿਆ ਸਾਰੇ ਗਏ, ਸਾਰਿਆਂ ਨੇ ਆਪਣਾ ਰੋਲ ਬਹੁਤ ਜ਼ਿਆਦਾ ਨਿਭਾਇਆ। ਔਰ ਅਜਿਹੇ ਦੇ ਵਿੱਚ ਉਸ ਤੋਂ ਬਾਅਦ ਇਲੈਕਸ਼ਨਸ ਆ ਗਏ, ਸਿਆਸਤ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਗਾਇਕ ਹੈ ਉਹਨਾਂ ਨੇ ਪੈਰ ਧਰਿਆ। ਤੁਸੀਂ ਸਿਆਸਤਦਾਨਾਂ ਦਾ, ਮਾਫ਼ ਕਰਨਾ, ਤੁਸੀਂ ਗਾਇਕਾਂ ਦਾ ਸਿਆਸਤ ਵਿੱਚ ਜਾਣਾ ਕਿਵੇਂ ਵੇਖਦੇ ਹੋ? ਦੇਖੋ, ਜਾਣਾ ਕੋਈ ਮਾੜੀ ਗੱਲ ਨਹੀਂ ਹੈ। ਜੇ ਕਿਸੇ ਭੈਣ ਭਰਾ ਦਾ ਜੀਅ ਕਰਦਾ ਹੈ ਤਾਂ ਜਾਣਾ ਚਾਹੀਦਾ। ਹੋ ਸਕਦਾ ਕੋਈ ਆਪਣੇ ਸੂਬੇ ਦੀ, ਸਟੇਟ ਦੀ, ਜਾਂ ਆਪਣੇ ਡਿਸਟ੍ਰਿਕਟ ਦੀ, ਆਪਣੇ ਬਲਾਕ ਦੀ, ਹਲਕੇ ਦੀ ਬਿਹਤਰੀ ਲਈ ਕੋਈ ਅੰਦਰ ਇਸ਼ਕ ਪਾਲੀ ਬੈਠਾ ਹੋਵੇ, ਜਾਣਾ ਮਾੜੀ ਗੱਲ ਨਹੀਂ ਹੈ। ਪਰ ਬਸ ਇੰਨਾ ਜ਼ਰੂਰ ਕਹੂੰਗਾ ਮੈਂ ਕਿ ਜਿਵੇਂ ਗਵਈਆ ਰਿਆਜ਼ ਕਰਕੇ ਬਣਦਾ ਹੈ, ਕਿ 10-15 ਸਾਲ ਸਿੱਖਦਾ, ਉਸਤਾਦ ਤੋਂ ਝੜਕਾਂ ਖਾਂਦਾ ਹੈ, ਪ੍ਰੋਪਰ ਟ੍ਰੇਨਿੰਗ ਲੈ ਕੇ ਆਉਂਦਾ ਹੈ, ਬਸ ਪੋਲੀਟਿਕਸ ਦੀ ਸਮਝ ਹੋਣੀ ਬਹੁਤ ਜ਼ਰੂਰੀ ਹੈ ਜੀ। ਕਨਵਰ ਜੀ, ਇੱਕ ਚੀਜ਼ ਹੋਰ ਜ਼ਿਕਰ ਇੱਥੇ ਕਰਨਾ ਚਾਹਾਂਗੇ। ਬਹੁਤ ਸਾਰੇ ਜਿਹੜੇ ਗਾਇਕ ਹੈ, ਗਾਇਕੀ ਦਾ ਮਤਲਬ ਅੱਜ ਦੇ ਮਾਹੌਲ ਦੇ ਹਿਸਾਬ ਨਾਲ ਕਨਵਰ ਗਰੇਵਾਲ ਦੇ ਲਈ ਕੀ ਹੈ? ਕਿਉਂਕਿ ਜਦੋਂ ਅਸੀਂ ਜਦੋਂ ਗਾਣੇ ਸੁਣਦੇ ਹਾਂ ਅੱਜ ਦੀ ਡੇਟ ਦੇ ਵਿੱਚ, ਜ਼ਿਆਦਾਤਰ ਇਹ ਹੋ ਗਿਆ ਵੀ ਬੀਟ ਦੇ ਉੱਤੇ ਜਿਹੜਾ ਸਾਰੇ ਜ਼ਿਆਦਾ ਧਿਆਨ ਦਿੰਦੇ ਨੇ, ਵਰਡਿੰਗ ਕੀ ਚੱਲ ਰਹੀ ਹੈ ਬਹੁਤ ਘੱਟ ਧਿਆਨ ਦਿੰਦੇ ਨੇ। ਪਰ ਜਿਹੜੀ ਮੂੰਹਾਂ ਦੇ ਵਿੱਚੋਂ ਬੱਚਿਆਂ ਦੇ ਅਸੀਂ ਦੇਖਦੇ ਹਾਂ ਵਰਡਿੰਗ, ਉਹ ਕਾਫੀ ਹੱਦ ਤੱਕ ਚੱਕ ਲਓ ਬੰਦੂਕਾਂ, ਰਿਵਾਲਵਰ, ਮਾਰ ਦਿਆਂਗੇ, ਕੁੱਟ ਦਿਆਂਗੇ। ਅੱਜ ਕੱਲ੍ਹ ਦੀ ਗਾਇਕੀ ਇਹ ਹੋ ਗਈ ਹੈ, ਤੁਹਾਡੇ ਮੂੰਹੋਂ ਹਰ ਪਲੇਟਫਾਰਮ 'ਤੇ ਅਸੀਂ ਗੱਲ ਸੁਣੀ ਜਿਹੜੀ, ਉਹ ਹੈ ਲੋਕ ਗਾਇਕੀ ਦੀ। ਲੋਕ ਗਾਇਕੀ ਦਿਖਾਈ ਨਹੀਂ ਦਿੰਦੀ, ਸੁਣਾਈ ਨਹੀਂ ਦਿੰਦੀ। ਤੁਸੀਂ ਇਹ ਮਹਿਸੂਸ ਕਰਦੇ ਹੋ? ਜੇ ਦਿਖਾਈ ਨਹੀਂ ਦਿੰਦੀ ਤਾਂ ਇਹਦੇ ਕਾਰਨ ਕੀ ਮੰਨਦੇ ਹੋ? ਨਹੀਂ, ਐਸਾ ਨਹੀਂ ਗੱਲ। ਤੁਸੀਂ ਇਹ ਦੇਖੋ, ਤੁਸੀਂ ਮੇਰੇ 'ਤੇ ਨਾ ਛੱਡੋ, ਜੇ ਪੋਜ਼ੀਟਿਵ ਚੀਜ਼ ਦੇਖਣੀ ਹੋਵੇ ਨਾ ਜੀ ਇਸ ਪਾਸੇ ਸ਼ਹਿਰੀ ਜੀ, ਮੈਨੂੰ ਹੁਣ ਤੁਹਾਡੇ ਸਵਾਲ 'ਤੇ ਹੁੰਦਿਆਂ ਹੀ ਮੈਨੂੰ ਕੌਣ ਚੇਤੇ ਆ ਰਹੇ ਸੀ? ਮੈਨੂੰ ਗੁਰਦਾਸ ਮਾਨ ਹੁਣ ਸਾਹਿਬ ਚੇਤੇ ਆ ਰਹੇ ਸੀ, ਮੈਨੂੰ ਸਤਿੰਦਰ ਸਰਤਾਜ ਸਾਹਿਬ ਚੇਤੇ ਆ ਰਹੇ ਸੀ, ਮੈਨੂੰ ਰਣਜੀਤ ਬਾਵਾ ਚੇਤੇ ਆ ਰਿਹਾ ਸੀ, ਮੈਨੂੰ ਰਾਜਵੀਰ ਜਵੰਦਾ ਚੇਤੇ ਆ ਰਿਹਾ ਸੀ, ਮੈਨੂੰ ਵਾਰਸ ਭਰਾ ਚੇਤੇ ਆ ਰਹੇ ਸੀ, ਬਾਈ ਹਰਭਜਨ ਹੋਣੀ, ਜਿਨ੍ਹਾਂ ਨੇ ਕੁਛ ਮਾੜਾ ਗਾਇਆ ਹੀ ਨਹੀਂ। ਇੱਥੇ ਕੁਈਨ ਐਲਿਜ਼ਾਬੈਥ ਥੀਏਟਰ ਹੈ ਜਿਹੜਾ ਹੈ, ਚਲੋ ਆਪਾਂ ਤਾਂ ਜੇ ਸ਼ੋਅ 15 ਨੂੰ ਕਰਨਾ ਹੈ, ਇਹ ਸਾਰਾ ਇਹਨਾਂ ਨਹੀਂ ਭਰਿਆ।
ਇਹ ਆਹ ਸਿੰਗਰ ਨੇ ਬਾਈ ਬੱਬੂ ਲਾ ਲਓ ਬਸ ਆ 5-6 ਗਵਈਏ ਨੇ। ਇਹ 5-6 ਗਵਈਏ ਉਹ ਨੇ ਜਿਹੜੇ ਸਾਰੇ ਲੋਕ ਗਾਇਕ ਨੇ, ਜਿਹੜੇ ਗੱਲ ਹੀ ਲੋਕਾਂ ਦੀ ਕਰਦੇ ਆ, ਜਿਨ੍ਹਾਂ ਨੇ ਊਟ ਪਟਾਂਗ ਕੁਛ ਗਾਇਆ ਹੀ ਨਹੀਂ। ਬਾਕੀ ਗਵਈਏ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਇਸ ਹਾਲ 'ਚ ਨਹੀਂ ਆਉਂਦੇ। ਸੋ ਇਸ ਕਰਕੇ ਇਹ ਤਾਂ NRI ਪਰਿਵਾਰਾਂ ਨੇ ਸਾਰਿਆਂ ਨੇ ਇਸ ਗੱਲ ਨੂੰ ਕਲੀਅਰ ਕਰਤਾ ਕਿ ਅਸੀਂ ਮਾੜਾ ਨਹੀਂ ਸੁਣਨਾ। ਠੀਕ ਹੈ, ਮੇਰਾ ਕੋਈ ਗਾਣਾ 100 ਮਿਲੀਅਨ ਨਹੀਂ ਹੈਗਾ ਹੈ ਨਾ, ਪਰ ਮੈਂ ਖਾੜਾ 1300 ਲਾਤਾ। 9 ਸਾਲ ਦਾ ਮੇਰਾ ਕੈਰੀਅਰ ਹੈ ਅਤੇ ਵਿੱਚੋਂ 2 ਸਾਲ ਤੁਸੀਂ ਕੋਵਿਡ 'ਤੇ ਕੱਢ ਦਿਓ। 7 ਸਾਲਾਂ 'ਚ ਆਲ ਓਵਰ ਦਾ ਵਰਲਡ ਮੈਂ 1300 ਖਾੜਾ ਲਾਤਾ। ਸੋ ਪਰ ਹੁਣ ਕਿਹਨੇ ਸੁਣੇ, ਅਤੇ ਹੈਗਾ ਤਾਂ ਮੈਂ ਵੀ ਲੋਕਾਂ ਦਾ ਗਾਇਕ ਹੀ ਹਾਂ। ਕਦੇ ਮੈਂ ਮਾੜਾ ਗਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਿ ਕੁਛ ਮੈਂ ਕੋਈ ਹਥਿਆਰਾਂ ਦੀ ਗੱਲ ਕਰਾਂ ਜਾਂ ਕੋਈ ਨਸ਼ੇ ਦੀ ਗੱਲ ਕਰਾਂ। ਸੋ ਇਸ ਕਰਕੇ ਲੋਕ ਤਿਆਰ ਬੈਠੇ ਆ ਜੀ ਕਿ ਸਾਡੀ ਆਤਮਾ ਦੀ, ਸਾਡੀ ਰੂਹ ਦੀ ਗੱਲ ਕਰੋ, ਅਸੀਂ ਤਾਂ ਤਿਆਰ ਬੈਠੇ ਹਾਂ। ਪਰ ਬਾਕੀ ਇਹ ਹੈ ਕਿ ਇਹ ਸਮਾਜ ਹੈ, ਔਰ ਸਮਾਜ ਦੇ ਵਿੱਚ ਬਹੁਤ ਸਾਰੀਆਂ ਕਲਾਸਾਂ ਨੇ। ਜਨਰੇਸ਼ਨ ਦੇ ਲੈਵਲ 'ਤੇ ਜਦੋਂ ਦੇਖਦੇ ਹਾਂ ਆਪਾਂ, ਤਾਂ ਜਦੋਂ ਮੈਂ ਵੀ ਛੋਟਾ ਹੁੰਦਾ ਸੀ, ਕਾਲਜਾਂ ਯੂਨੀਵਰਸਿਟੀ 'ਚ ਹੁੰਦਾ ਸੀ, ਮੇਰੇ ਗੀਤ ਕੁਛ ਹੋਰ ਹੁੰਦੇ ਸੀ। ਮੈਂ ਸੁਣਦਾ ਸੀ ਮਾੜਾ ਮੋਟਾ ਕੋਈ ਹਥਿਆਰ ਵਾਲਾ ਗੀਤ ਵੀ ਸੁਣ ਲੈਂਦੇ ਸੀ, ਲੰਘਦੇ ਟੱਪਦੇ ਕਦੇ ਸੁਣ ਲੈਂਦੇ ਸੀ, ਉਮਰ ਹੀ ਇਹੋ ਜਿਹੀ ਸੀ। ਪਰ ਜਿਵੇਂ ਜਿਵੇਂ ਹੁਣ ਅੱਗੇ ਵਧੇ, ਥੋੜ੍ਹੀ ਉਮਰ ਵੱਡੀ ਹੋਈ, ਤਾਂ ਇਹਨਾਂ ਚੀਜ਼ ਦੀ ਸਮਝ ਪੈਣ ਲੱਗ ਗਈ ਕਿ ਇਹ ਮੇਰੇ ਪੰਜਾਬ ਦੇ ਗੀਤ ਨਹੀਂ ਹੈਗੇ। ਮੇਰੇ ਪੰਜਾਬ ਦੇ ਗੀਤ ਹੈਗੇ ਕਿ ਮੈਂ ਇੱਥੋਂ ਦੇ ਸੂਰਬੀਰ ਯੋਧਿਆਂ ਦੀ ਗੱਲ ਕਰਾਂ, ਸਾਡੇ ਧਰਮ ਦੀ ਗੱਲ ਕਰਾਂ, ਰਾਜਨੀਤੀ ਦੀ ਗੱਲ ਕਰਾਂ। ਮੋਟਾ ਜਿਹਾ ਮਸਲਾ ਲਾ ਲਓ ਵੀ ਗਵਈਏ ਦਾ ਕੰਮ ਹੀ ਦੋ ਹੈ। ਜਿਸ ਸੂਬੇ ਸਟੇਟ 'ਚੋਂ ਜੰਮਿਆ ਪਲਿਆ, ਜਿੱਥੋਂ ਦਾ ਵਸਨੀਕ ਆ ਉਹ, ਉੱਥੇ ਜੋ ਚੰਗਾ ਹੋ ਰਿਹਾ ਉਹਨੂੰ ਐਪਰੀਸ਼ੀਏਟ ਕਰੇ ਆਪਦੇ ਗੀਤਾਂ 'ਚ, ਜੋ ਚੰਗਾ ਨਹੀਂ ਹੋ ਰਿਹਾ ਉਹਦੇ ਖਿਲਾਫ ਉਹਦੇ ਗੀਤਾਂ 'ਚ ਆਵਾਜ਼ ਦੇਖਣੀ ਚਾਹੀਦੀ ਹੈ। ਦੈਟਸ ਇਟ। ਇੱਕ ਚੀਜ਼ ਹੋਰ ਹੈ ਕਿ ਗਾਇਕੀ ਜਦੋਂ ਅਸੀਂ ਦੇਖਦੇ ਹਾਂ ਅੱਜ ਗਾਇਕੀ ਦੇ ਵਿੱਚ ਪੰਜਾਬੀ ਗੀਤ, ਨੋ ਡਾਊਟ ਪੰਜਾਬੀ ਭਾਸ਼ਾ ਦਾ ਜ਼ਿਕਰ ਤੁਸੀਂ ਹਮੇਸ਼ਾ ਕਰਦੇ ਵੀ ਹੋ, ਅਤੇ ਤੁਹਾਡੀ ਗਾਇਕੀ ਦੇ ਵਿੱਚ ਹਮੇਸ਼ਾ ਜਿਹੜੀ ਪੰਜਾਬੀ ਜਿਹਦੇ 'ਤੇ ਮਾਣ ਹੋਣਾ ਚਾਹੀਦਾ ਉਹ ਅਸੀਂ ਸ਼ਬਦ ਸੁਣਦੇ ਵੀ ਹਾਂ, ਉਹ ਗਾਇਕੀ ਸਾਰਿਆਂ ਨੂੰ ਸੁਣਨ ਨੂੰ ਵੀ ਮਿਲਦੀ ਹੈ। ਵਿੱਚ ਜਿਹੜਾ ਰੈਪ ਦਾ ਕੰਮ ਆ ਚੁੱਕਿਆ ਹੋਇਆ, ਮੈਨੂੰ ਲੱਗਦਾ ਜਿਹੜੇ ਹੁਣ ਦੀ ਜਨਰੇਸ਼ਨ ਦੀ ਗੱਲ ਕੀਤੀ ਜਾਏ ਤਾਂ ਪੰਜਾਬੀ ਦੀ ਸਾਰੀ ਵਰਡਿੰਗ ਜਿਹੜੇ ਗੀਤ ਦੀ ਹੁੰਦੀ ਉਹ ਉਹਨਾਂ ਦੇ ਮੂੰਹ 'ਤੇ ਉਨੀ ਨਹੀਂ ਚੜ੍ਹੀ ਹੁੰਦੀ ਜਿੰਨਾ ਇੰਗਲਿਸ਼ ਰੈਪ ਚੜ੍ਹਦੇ ਨੇ। ਅਤੇ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ? ਬਸ ਉਹੀ ਹੋਇਆ ਜੇ ਉਹਦੇ ਆਖਣ ਨੂੰ ਉਹ ਮੌਜਾਂ ਭੁੱਲਦੀਆਂ ਨਹੀਂ ਜੋ ਬਾਪੂ ਦੇ ਸਿਰ 'ਤੇ ਕਰੀਆਂ ਹੈ ਨਾ। ਹਜੇ ਪਤਾ ਹੈ ਕਿ ਲਾਣੇਦਾਰ ਬੈਠਾ ਹੈ ਅਤੇ ਬੇਫਿਕਰੀਆਂ ਵੀ। ਖੈਰ ਮੈਂ ਤਾਂ ਅਰਦਾਸ ਕਰਦਾ ਹੁੰਦਾ ਨੌਜਵਾਨੀ ਲਈ। ਯੰਗਸਟਰ ਹੁਣ ਹਾਲਾਂਕਿ ਸ਼ੋਅ 'ਚ ਬਥੇਰੇ ਆਉਂਦੇ ਆ ਮੁੰਡੇ ਪੜ੍ਹਨ ਵਾਲੇ, ਕਿਉਂਕਿ ਸਟੂਡੈਂਟ ਇੱਥੇ ਆਪਣੇ ਬਹੁਤ ਆ ਗਏ, ਭੈਣ ਭਰਾ ਉਹ ਆਉਂਦੇ ਆ, ਤਾਂ ਉਹ ਹੁਣ ਚੀਕਾਂ ਕੂਕਾਂ ਵੀ ਮਾਰਦੇ ਆ। ਤੁਸੀਂ ਰੈਪ ਕਦੋਂ ਗਾਇਆ? ਨਹੀਂ ਚਲੋ ਮੈਂ ਰੈਪ ਤਾਂ ਨਹੀਂ ਕਰ, ਮੈਂ ਗਾ ਰਿਹਾ, ਪਰ ਰੌਲਾ ਇਹ ਹੈ ਕਿ ਫਿਰ ਉਹਨਾਂ ਦਾ ਪਿਆਰ ਵੀ ਉਨਾ ਹੀ ਆਉਂਦਾ। ਉਹਨਾਂ ਲਈ ਅਰਦਾਸ ਦੁਆਵਾਂ ਸਾਰਾ ਹੌਲ ਹੀ ਕਰਦਾ ਹੁੰਦਾ ਕਿ ਤਰੱਕੀਆਂ ਕਰੋ, ਜੰਮ ਕੇ ਕਰੋ, ਆਪਦੇ ਕੰਮ ਕਰੋ, ਇੰਜੋਏ ਵੀ ਕਰੋ, ਪਰ ਨਾਲ ਬਸ ਠੀਕ ਹੈ। ਇਹ ਕੋਈ ਨਹੀਂ, ਅੰਗਰੇਜ਼ੀ ਸੁਣਦੇ ਆ ਤਾਂ ਹੌਲੀ ਹੌਲੀ ਜਿਵੇਂ ਜਿਵੇਂ ਵੱਡੇ ਹੋਣਗੇ ਤਾਂ ਉਹਨੂੰ ਪਤਾ ਲੱਗ ਜੂਗਾ ਕਿ ਬਾਬੇ ਬੰਦੇ ਹੋਣੀ ਕੌਣ ਸੀ, ਬਾਬਾ ਦੀਪ ਸਿੰਘ ਹੋਣੀ ਕੌਣ ਨੇ, ਸਾਡੇ ਰੀਅਲ ਹੀਰੋ ਕੌਣ ਨੇ। ਸੋ ਉਹਨਾਂ ਨੂੰ ਸੁਣਨਗੇ ਉਹ, ਅਤੇ ਗਵਈਏ ਲੱਗੇ ਰਹਿਣਗੇ ਨਿਰੰਤਰ। ਜੇ ਮਾੜਾ ਗਾਉਣ ਵਾਲੇ ਲੱਗੇ ਰਹਿਣਗੇ ਤਾਂ ਚੰਗਾ ਗਾਉਣ ਵਾਲੇ ਵੀ ਲੱਗੇ ਰਹਿਣਗੇ। ਸੋ ਇਸੇ ਕਰਕੇ ਸਮਾਜ 'ਚ ਚਰਚਾ ਹੈ। ਜੇ ਸਾਰਾ ਕੁਝ ਚੰਗਾ ਹੋਵੇ ਤਾਂ ਮੇਰੇ ਖਿਆਲ 'ਚ ਇੰਟਰਵਿਊ ਨਹੀਂ ਹੋ ਸਕਦੀ, ਆਪਾਂ ਚੁੱਪ ਹੀ ਹੋ ਜਾਈਏ ਸਾਰੇ, ਸੁਣ 'ਚ ਚਲੇ ਜਾਈਏ ਵੀ ਹੁਣ ਕੀ ਬੋਲਣਾ, ਕੁਛ ਮਾੜਾ ਹੀ ਹੈ ਨਹੀਂ। ਇਸ ਕਰਕੇ ਮੇਰੇ ਖਿਆਲ 'ਚ ਇਹੀ ਹੈ ਕਿ ਜਿਹੜੀ ਸਮਾਜਿਕ ਚਰਚਾ ਹੈ, ਇਹ ਨੈਗੇਟਿਵਿਟੀ ਅਤੇ ਪੋਜ਼ੀਟਿਵਿਟੀ ਮੇਰੇ ਖਿਆਲ ਜਰਨੀ ਹੋਈ ਹੈ ਇੱਕ ਜੀ। ਸੋ ਹੁਣ ਕੈਨੇਡੀਅਨ ਜਿਹੜੇ ਪ੍ਰਵਾਸੀ ਜਿਹੜੇ ਹੈਗੇ ਨੇ ਜਿੰਨੇ ਵੀ, ਉਹ ਤੁਹਾਡਾ ਬਹੁਤ ਲੰਬੇ ਸਮੇਂ ਤੋਂ ਇੰਤਜ਼ਾਰ ਵੀ ਕਰ ਰਹੇ ਸੀ, ਹੁਣ ਮੌਕਾ ਮਿਲਿਆ ਇੱਥੇ ਆਉਣ ਦਾ। ਆਖਿਰ ਦੇ ਵਿੱਚ ਉਹਨਾਂ ਲਈ ਕੀ ਕਹਿਣਾ ਚਾਹੋਗੇ, ਔਰ ਜੋ ਕਹਿਣਾ ਚਾਹੁੰਦੇ ਹੋ ਪਲੀਜ਼ ਗਾਇਕੀ ਦੇ ਯਾਨੀ ਕਿ ਗਾ ਕੇ ਸਾਨੂੰ ਜ਼ਰੂਰ ਸੁਣਾਓ। ਮੈਂ ਜੇ ਇਸ ਟੂਰ ਦੀ ਗੱਲ ਕਰਾਂ, ਮੈਂ ਸੈਟਿਸਫਾਈ ਹਾਂ, ਬਹੁਤ ਖੁਸ਼ ਹਾਂ ਇਸ ਟੂਰ ਨੂੰ ਲੈ ਕੇ, ਕਿਉਂਕਿ ਅਸੀਂ ਟੋਰਾਂਟੋ, ਵਿਨੀਪੈਗ ਅਤੇ ਪ੍ਰਿੰਸ ਜਾਰਜ ਅਤੇ ਸੈਸਕਾਟੂਨ ਇੱਥੇ ਸ਼ੋਅਜ਼ ਹੋ ਗਏ। ਟੋਰਾਂਟੋ 'ਚ ਜਾਣੀ ਓਨੇ ਲੋਕ ਨਹੀਂ ਆਏ ਜਿੰਨੇ ਉਹਨਾਂ ਨੇ ਸੋਚੇ ਸੀ, 3500 ਬੰਦਾ ਸੀ ਉੱਥੇ, ਅਤੇ ਕੁਛ ਕੁ ਲੋਕ ਘੱਟ ਸੀ ਉੱਥੇ ਉਹਨਾਂ ਦੇ ਹਾਲ ਦੇ ਹਿਸਾਬ ਨਾਲ। ਵਿਨੀਪੈਗ ਸੋਲਡ ਆਊਟ ਸੀ, ਪ੍ਰਿੰਸ ਜਾਰਜ ਸੋਲਡ ਆਊਟ ਸੀ, ਸੈਸਕਾਟੂਨ ਸੋਲਡ ਆਊਟ ਸੀ, ਆਪਣਾ ਕੈਲਗਰੀ 14 ਦਿਨ ਪਹਿਲਾਂ ਸੋਲਡ ਆਊਟ ਹੋਇਆ ਪਿਆ, ਐਡਮਿੰਟਨ ਸੋਲਡ ਆਊਟ ਹੋਇਆ ਪਿਆ, ਇੱਥੇ ਥੋੜ੍ਹੀਆਂ ਟਿਕਟਾਂ ਰਹਿ ਗਈਆਂ ਕੁਈਨ ਲਈ। ਸੋ ਮੈਂ ਸੈਟਿਸਫਾਈ ਹਾਂ, ਅਤੇ ਚੰਗੀ ਗਾਇਕੀ ਨੂੰ ਲੋਕ ਜਦੋਂ ਇੱਦਾਂ ਸੁਣਨ ਆਉਂਦੇ ਆ ਤਾਂ ਫਿਰ ਆਉਣ ਵਾਲੇ ਟਾਈਮ ਦੇ ਲਈ ਵੀ ਇਸ ਚੀਜ਼ ਨੂੰ ਤੁਸੀਂ ਹੋਰ ਬੂਸਟ ਅਪ ਦੇ ਵਜੋਂ ਲੈਂਦੇ, ਐਨਰਜੀ, ਊਰਜਾ ਆਉਂਦੀ ਤੁਹਾਡੇ 'ਚ ਕਿ ਚੰਗਾ ਲੱਗ ਰਿਹਾ ਹੈ। ਤਾਂ ਹੀ ਫਿਰ ਐਂ ਲੱਗਦਾ ਹੁੰਦਾ ਕਿ ਜਿਹੜੇ ਬਾਕੀ ਕਲਾਕਾਰ ਹੋਰ ਜਿਹੜੇ ਚੰਗਾ ਗਾਉਣ ਵਾਲੇ ਪਾਸੇ ਲੱਗੇ, ਬਸ ਇੰਨਾ ਕੁ ਪਿਆਰ ਦਿਓ ਸਾਰਿਆਂ ਨੂੰ, ਬਾਈ ਸਰਤਾਜ ਹੋਰਾਂ ਨੂੰ, ਬਾਵੇ ਹੋਰਾਂ ਨੂੰ, ਰਾਜਵੀਰ ਹੋਰਾਂ ਨੂੰ, ਹੈ ਨਾ। ਕਿਉਂਕਿ ਜਿਹੜੇ ਵੱਡੇ ਗਵਈਏ ਨਾ ਉਹ ਸਾਰੇ ਫਿਰ ਕਿਤੇ ਨਾ ਕਿਤੇ ਰਿਟਾਇਰਮੈਂਟ ਵੱਲ ਜਾ ਰਹੇ ਆ। ਆਹ ਜਿਹੜੇ 4-5 ਗਵਈਏ, ਮੈਨੂੰ ਬੜਾ ਹੌਸਲਾ ਇਹਨਾਂ ਸਾਰਿਆਂ ਦਾ ਕਿ ਰੱਜ ਕੇ ਪਿਆਰ ਦਿਓ। ਜਦੋਂ ਵੀ ਇਹ ਗਾਉਣ ਆਉਂਦੇ ਆ ਇੱਥੇ ਪੰਜਾਬ ਤੋਂ, ਜਾਂ ਹੋਰ ਜਿਹੜੇ ਗਵਈਏ ਹੁਣ ਇਸ ਪਾਸੇ ਚੱਲੇ ਆ, ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਪੰਜਾਬ ਲਈ ਗਾਉਣਾ, ਆਪਦੇ ਪਰਿਵਾਰਾਂ ਲਈ ਗਾਉਣਾ, ਜਿਨ੍ਹਾਂ ਨੂੰ ਹੈਗੀ ਇਸ ਗੱਲ ਦੀ ਸੰਗ ਸ਼ਰਮ ਕਿ ਹਾਲ ਦੇ ਵਿੱਚ ਸਾਡੀਆਂ ਕੁੜੀਆਂ ਅਤੇ ਸਾਡੀਆਂ ਮਾਵਾਂ ਬੈਠੀਆਂ, ਸਾਡੀ ਨੌਜਵਾਨੀ ਬੈਠੀ, ਜਿਨ੍ਹਾਂ ਦਾ ਮੁੱਲ ਹੀ ਕੋਈ ਨਹੀਂ। ਔਰ ਉਹ ਪੀੜ੍ਹੀ ਜਿਹੜੀ ਆਪਦੀ 70-70 ਸਾਲ ਦੀ ਜ਼ਿੰਦਗੀ ਪੜ੍ਹੀ ਬੈਠੀ ਹੈ, ਸਾਡੇ ਲਾਣੇਦਾਰ ਬੈਠੇ ਆ, ਸਾਡੇ ਦਾਦੇ ਬੈਠੇ ਆ। ਸੋ ਮੇਰੀ ਇੱਕੋ ਹੀ ਅਪੀਲ ਹੈ ਕਿ ਬਸ ਉਹਨਾਂ ਨੂੰ ਜੰਮ ਕੇ ਪਿਆਰ ਦਿਓ। ਜਦੋਂ ਵੀ ਆਉਂਦੇ ਆ ਇੱਥੇ ਉਹਨਾਂ ਦੇ ਹਾਲ ਖਾਲੀ ਨਾ ਰਹਿਣ, ਭਰੇ ਜਾਣ, ਅਗਲੀ ਵਾਰ ਹੋਰ ਸੋਹਣੇ ਗੀਤ ਲੈ ਕੇ ਆਉਣ। ਸੋ ਰਲ ਮਿਲ ਕੇ ਬਸ ਇਹ ਹੈ ਕਿ ਲਕੀਰ ਖਿੱਚ ਦਿਓ, ਕਹਿੰਦੇ ਹੁੰਦੇ ਨਾ ਇੱਕ ਲਕੀਰ ਖਿੱਚੀ ਵੀ ਆ, ਲਕੀਰ ਤੋੜਨੀ ਆ, ਤਾਂ ਉਹਦੇ ਬਰਾਬਰ ਵੱਡੀ ਖਿੱਚ ਦਿਓ, ਅਤੇ ਪੋਤਲੇ ਫਰੋਲਣ ਦੀ ਬਜਾਏ। ਸੋ ਬਸ ਚੰਗਿਆਂ ਦਾ ਸਤਿਕਾਰ ਕਰੋ
ਤੇ ਉਹਨਾਂ ਨੂੰ ਹੋਰ ਬੂਸਟ ਅਪ ਕਰੋ, ਆਪਦੇ ਜਵਾਕ ਬਣਾ ਕੇ ਰੱਖੋ, ਬੱਚੇ ਬਣਾ ਕੇ ਰੱਖੋ, ਤੇ ਐਦਾਂ ਹੀ ਬਸ ਵੱਧਦੇ ਫੁੱਲਦੇ ਰਹੀਏ ਜੀ। ਤੁਸੀਂ ਗਾਣਾ ਦੱਸੋ ਕਿਹੜਾ ਸੁਣਨਾ ਸ਼ਾਇਰੀ ਜੀ? ਜਿਹੜਾ ਤੁਹਾਨੂੰ ਪਸੰਦ ਹੈ ਜੀ ਇਹ ਗੀਤ ਮੋਰਚਾ ਟਾਈਮ ਗਾਉਂਦੇ ਹੁੰਦੇ ਸੀ, ਮਾਵਾਂ ਸੁਣਦੀਆਂ ਹੁੰਦੀਆਂ ਸੀ, ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਤਸ਼ਾਹ, ਉਹਦੇ 4 ਬੋਲ ਸੁਣਾ ਦੇਣਾ ਤੁਹਾਨੂੰ। ਉਸੇ ਹੀ ਰਾਹ ਤੇ ਤੁਰ ਪਏ ਪੁੱਤ ਤੇਗ ਬਹਾਦਰ ਦੇ, ਬਰਸੇ ਕੋਈ ਨੂਰ ਇਲਾਹੀ ਦਿੱਲੀ ਦੇ ਬਾਰਡਰ ਤੇ, ਬਰਸੇ ਕੋਈ ਨੂਰ ਇਲਾਹੀ ਦਿੱਲੀ ਦੇ ਬਾਰਡਰ ਤੇ, ਬੱਚਿਆਂ ਵਿੱਚ ਫਤਿਹ ਸਿੰਘ ਦੀਆਂ ਝਲਕਾਂ ਨੇ ਪਾਤਸ਼ਾਹ, ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਤਸ਼ਾਹ, ਸਾਡੇ ਲਈ ਕਿਲੇ ਬਣ ਗਈਆਂ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।